ਵੀ ਪਰ ਜਿਹੜੀ ਹੋਣ ਵਾਲੀ ਪੀੜ੍ਹੀ ਆ ਤਾਂ ਇਹਦੇ ਬਾਰੇ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਨਸ਼ਿਆਂ 'ਚ ਇੰਨੀ ਜ਼ਿਆਦਾ ਗਲਤਾਨ ਹੋ ਗਈ ਆ ਜਾਂ ਪੋਲੀਟੀਕਲੀ ਜਿਹੜੀ ਆ ਵੀ ਇੰਨੀ ਜ਼ਿਆਦਾ ਨਲਾਇਕ ਹੋ ਗਈ ਆ ਕਿ ਇਹ ਲੋਕ ਹੁਣ ਉਸ ਇਤਿਹਾਸ ਨੂੰ ਨਹੀਂ ਦੁਹਰਾ ਸਕਦੇ ਕਿ ਇਹ ਪੀੜ੍ਹੀ ਤੇ ਇਹਨਾਂ ਦਾ ਪੰਜਾਬ ਨਾਲ ਮੋਹ ਭੰਗ ਖੱਬੇ ਪੱਖੀ ਵਿਚਾਰਧਾਰਾ ਦੀ ਇੱਕ ਲਿਮਿਟੇਸ਼ਨ ਆ ਕਿ ਉਹ ਕਿਸੇ ਵੀ ਲੜਾਈ ਨੂੰ ਜਾਂ ਕਿਸੇ ਵਰਤਾਰੇ ਨੂੰ ਉਹ ਸਿਰਫ ਆਰਥਿਕ ਪਹਿਲੂ ਤੋਂ ਦੇਖ। ਨੌਜਵਾਨ ਆ ਪੰਜਾਬ ਦਾ, ਉਹਨੇ ਇਸ ਗੱਲ ਨੂੰ ਪ੍ਰਵਾਨ ਵੀ ਕੀਤਾ, ਪ੍ਰਚਾਰਿਆ ਵੀ ਕਿ ਇਹ ਇਕੱਲੀ ਆਰਥਿਕ ਲੜਾਈ ਨਹੀਂ, ਆਰਥਿਕ ਪਹਿਲੂ ਦੀ ਲੜਾਈ ਨਹੀਂ, ਇਹ ਸਾਡੀ ਹੋਂਦ ਦੀ ਲੜਾਈ ਆ, ਸਾਡੇ ਸੱਭਿਆਚਾਰ ਦੀ ਲੜਾਈ ਆ। ਕਿਉਂਕਿ ਸਾਡਾ ਸੱਭਿਆਚਾਰ ਜ਼ਮੀਨਾਂ ਤੋਂ ਬਿਨਾਂ ਚਿਤਵੇ ਹੀ ਨਹੀਂ ਜਾ ਸਕਦਾ। ਨੌਜਵਾਨਾਂ ਦੀ ਜਿਹੜੀ ਇੱਕ ਨਵੀਂ ਚੇਤਨਾ ਪੈਦਾ ਹੋਈ ਉਹਦਾ ਤੇ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਉਹਦੇ ਵਿੱਚ ਇੱਕ ਬਹੁਤ ਬੜਾ ਗੈਪ ਜਿਹੜਾ ਆ ਉਹ ਨਜ਼ਰ ਆਇਆ। ਹੁਣ ਉਹ ਗੈਪ ਹੌਲੀ ਹੌਲੀ ਇੱਕ ਵੱਡੇ ਟਕਰਾਅ ਦਾ ਵੀ ਰੂਪ ਧਾਰਨ ਕਰਦਾ ਜਾਂਦਾ। ਉਹਨੇ ਜਿਵੇਂ ਉਹ ਖਾਲਸਾ ਸਪਿਰਿਟ ਦੇ ਨਾਲ ਲੋਕਾਂ ਨੂੰ ਜਥੇਬੰਦ ਕੀਤਾ ਤੇ ਇੱਕ ਖਾਲਸਾ ਜਥੇਬੰਦੀ ਇੱਕ ਅਸਾਰੀ ਤੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਉਹਨੂੰ ਜਿਵੇਂ ਜਥੇਬੰਦ ਕੀਤਾ ਫਿਰ ਸਿੱਖਾਂ ਨੇ ਉਸ ਤਾਕਤ ਨੂੰ, ਤੇ ਉਹ ਸਾਰੇ ਇਤਿਹਾਸ ਤੋਂ ਸਬਕ ਲੈਂਦਿਆਂ ਅਸੀਂ ਜਥੇਬੰਦ ਹੋਈ। ਦੀਪ ਦੀ ਗੱਲ ਕਰਦੇ ਹੋ, ਕੀ ਲੱਗਦਾ ਕਿ ਲੱਖੇ 'ਚ ਔਰ ਦੀਪ 'ਚ ਕਾਬਲੀਅਤ ਹੈ ਲੀਡਰਸ਼ਿਪ ਦੀ ਅਗਵਾਈ ਕਰਨ ਦੀ? ਕਾਬਲੀਅਤ ਕਦੋਂ ਤੈਅ ਹੁੰਦੀ ਆ ਜੀ? ਕਾਬਲੀਅਤ ਤੈਅ ਹੁੰਦੀ ਆ ਇੱਕ ਸਮੇਂ ਤੋਂ ਬਾਅਦ, ਜਦੋਂ ਤੁਸੀਂ ਇੱਕ ਸੰਘਰਸ਼ ਦਾ ਇੱਕ ਲੰਮਾ ਪੜਾਅ ਤੈਅ ਕਰ। ਲੀਡਰਸ਼ਿਪ ਵਾਲਾ ਟੈਸਟ ਇਹਨਾਂ ਦੋਵਾਂ ਦੇ ਉੱਤੇ ਹਜੇ ਬਾਕੀ ਆ, ਉਹ ਪੰਜਾਬ ਦੇ ਸਾਰੇ ਨੌਜਵਾਨਾਂ ਦੇ ਬਾਕੀ ਆ, ਕਿਉਂਕਿ ਹਜੇ ਤੱਕ ਇਹ ਸਿਰਫ ਇੱਕ ਬੁਲਾਰੇ ਵਜੋਂ ਵਿਚਰ ਰਹੇ ਆ, ਜਿੱਥੇ ਇਹਨਾਂ ਨੇ ਇੱਕ ਬੁਲਾਰੇ ਵਜੋਂ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ। ਜਿਹੜੀ ਇਹ ਧਾਰਨਾ ਸਿਰਜੀ ਗਈ ਸੀ ਕਿ ਜੀ ਪੰਜਾਬ ਦੇ ਵਿੱਚੋਂ ਤਾਂ ਜੀ ਨੌਜਵਾਨ ਦੇਖੋ ਉਹਨਾਂ ਦਾ ਕੋਈ ਮੋਹ ਨਹੀਂ ਰਿਹਾ ਪੰਜਾਬ ਨਾਲ, ਇਸ ਕਰਕੇ ਮਾਈਗ੍ਰੇਟ ਕਰ ਰਹੇ ਤਾਂ ਉਹਨੂੰ ਇਸ ਸੰਘਰਸ਼ ਨੇ ਤੋੜਿਆ। ਬਹੁਤ ਵੱਡੀ ਸਪੋਰਟ ਇਸ ਸੰਘਰਸ਼ ਨੂੰ ਉਹ ਪੰਜਾਬ ਤੋਂ ਬਾਹਰ ਗਏ ਨੌਜਵਾਨਾਂ ਦੀ ਧਾਰਨਾ ਇਹ ਕਹੀ ਜਾਂਦੀ ਆ ਕਿ ਪੰਜਾਬ ਦੇ ਵਿੱਚ ਨੌਜਵਾਨ ਕੰਮ ਨਹੀਂ ਕਰਨਾ ਚਾਹੁੰਦੇ, ਪੰਜਾਬ ਦੇ ਨੌਜਵਾਨ ਤਾਂ ਵਿਹਲੜ ਹੋ ਗਏ ਆ। ਪਰ ਉਹੀ ਸਾਡਾ ਨੌਜਵਾਨ 12ਵੀਂ ਕਰਕੇ ਤੇ ਇੱਥੋਂ ਜਦੋਂ ਕੈਨੇਡਾ ਜਾਂਦਾ ਤੇ ਉਹ ਉੱਥੇ 18 ਘੰਟੇ ਸ਼ਿਫਟਾਂ ਲਾਉਂਦਾ, ਜਿਹਨੂੰ ਤੁਸੀਂ ਵਿਹਲੜ ਕਹਿੰਦੇ ਹੋ ਵੀ 18 ਘੰਟੇ ਇੱਥੇ ਇੰਡੀਆ ਦਾ ਹੋਰ ਕੋਈ ਵੀ ਬੰਦਾ ਕੰਮ ਨਹੀਂ ਉਹਨਾਂ ਕਰਦਾ ਹੋਣਾ। ਰਜਿੰਦਰ ਸਿੰਘ ਸਵਰਾਜ, ਜਿਵੇਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦਾ ਹਾਂ ਔਰ ਵੱਖ-ਵੱਖ ਮੁੱਦਿਆਂ ਦੇ ਉੱਪਰ ਤੁਹਾਡੇ ਸਨਮੁਖ ਇੰਟਰਵਿਊਜ਼ ਲੈ ਕੇ ਹਾਜ਼ਰ ਹੁੰਦਾ ਹਾਂ। ਜਿਹੜਾ ਅੱਜ ਇੰਟਰਵਿਊ ਦਾ ਵਿਸ਼ਾ ਹੈ, ਕਿਉਂਕਿ ਫਾਰਮਰ ਐਜੀਟੇਸ਼ਨ ਦਿੱਲੀ ਦੀਆਂ ਹੱਦਾਂ ਦੇ ਉੱਪਰ ਪੂਰੇ ਭਾਰਤ ਵੱਲੋਂ ਜਿਸ ਨੂੰ ਜਨ ਅੰਦੋਲਨ ਕਹਿ ਸਕਦੇ ਹਾਂ ਚੱਲ ਰਿਹਾ ਹੈ, ਪਰ ਅਜਿਹੇ ਦੇ ਵਿੱਚ ਹੀ ਦੂਜੇ ਪਾਸੇ ਕੁਝ ਖੱਬੇ ਪੱਖੀ ਲੋਕਾਂ ਵੱਲੋਂ ਕਿਹਾ ਜਾਂਦਾ ਸੀ ਕਿ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੇ, ਵਿਦੇਸ਼ ਦੀ ਧਰਤੀ ਦੇ ਵੱਲੇ ਜਾ ਚੁੱਕੇ ਨੇ। ਪਰ ਜੇ ਇਸ ਐਜੀਟੇਸ਼ਨ ਦੇ ਦਰਮਿਆਨ ਨੌਜਵਾਨਾਂ ਦੀ ਭੂਮਿਕਾ ਨੂੰ ਦੇਖੀਏ ਤਾਂ ਭੂਮਿਕਾ ਵੀ ਬਹੁਤ ਵੱਡੀ ਹੈ। ਅਜਿਹੇ ਦੇ ਵਿੱਚ ਗੱਲ ਕਰਨ ਵਾਸਤੇ ਅੱਜ ਵਿਦਿਆਰਥੀ ਜਥੇਬੰਦੀ ਸੱਥ ਦੇ ਸੁਖਵਿੰਦਰ ਸਿੰਘ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਉਹਨਾਂ ਦੇ ਕੋਲੋਂ ਤਮਾਮ ਜਾਣਕਾਰੀ ਵੀ ਲਵਾਂਗੇ। ਅਜਿਹੇ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਨੂੰ ਵੱਖ-ਵੱਖ ਕਰਕੇ ਦੇਖਿਆ ਜਾ ਸਕਦਾ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਵਾਲ ਮਹੱਤਵਪੂਰਨ ਇਹੀ ਹੈ ਕਿ ਦਿੱਲੀ ਦੀਆਂ ਹੱਦਾਂ ਦੇ ਉੱਪਰ ਕਿਸਾਨ ਐਜੀਟੇਸ਼ਨ ਚੱਲਦਾ ਆ, ਪਰ ਇਸ ਸਮੇਂ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਉਹ ਜਿਹੜੀ ਕਿਸਾਨ ਲੀਡਰਸ਼ਿਪ ਮੰਨੀ ਜਾਂਦੀ ਹੈ, ਕਿਸਾਨ ਆਗੂ ਮੰਨੇ ਜਾਂਦੇ ਹੈ, ਦੂਜੇ ਪਾਸੇ ਜਿਹੜਾ ਨੌਜਵਾਨਾਂ ਦਾ ਜਜ਼ਬਾ ਦੇਖਿਆ ਜਾਂਦਾ ਹੈ, ਚਾਹੇ ਉਹ ਦਿੱਲੀ ਨੂੰ ਜਾਣ ਦੀ ਗੱਲ ਹੋਵੇ। ਪਰ ਇਸ ਵਕਤ ਜਿਹੜਾ ਨੌਜਵਾਨਾਂ ਦੀ ਅਗਵਾਈ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਨਜ਼ਰੀਏ ਤੋਂ ਕਿਸ ਤਰ੍ਹਾਂ ਨੌਜਵਾਨਾਂ ਦੀ ਅਗਵਾਈ ਕਰਨ ਵਾਸਤੇ ਜਿਹੜਾ ਇੱਕ ਨਧੜਕ ਆਗੂ ਚਾਹੀਦਾ ਆ? ਦੇਖੋ, ਜਿਹੜੀ ਇਹ ਕਿਸਾਨ ਸੰਘਰਸ਼ ਜਿਵੇਂ ਖੜਾ ਹੋਇਆ ਪੰਜਾਬ 'ਚ ਜੀ, ਤਾਂ ਮਤਲਬ ਆ ਕੁਛ ਮਹੀਨਿਆਂ ਦੇ ਸਮੇਂ ਵਿੱਚ ਬੜੇ ਜਿਹੜੇ ਸਿਰਜੇ ਗਏ ਨੈਰੇਟਿਵ ਸੀ ਉਹ ਟੁੱਟੇ ਆ। ਖਾਸ ਕਰਕੇ ਜੇ ਪੰਜਾਬ ਦੀ ਨੌਜਵਾਨੀ ਬਾਰੇ ਗੱਲ ਕਰੀਏ ਜੀ, ਤਾਂ ਪਿਛਲੇ ਲਗਭਗ 6-7 ਸਾਲਾਂ ਦੇ ਵਿੱਚ ਇਹ ਬੜਾ ਪ੍ਰਚਾਰ ਜਾਂ ਇਸ ਗੱਲ ਦਾ ਪ੍ਰਸਾਰ ਕੀਤਾ ਗਿਆ ਕਿ ਪੰਜਾਬ ਦੀ ਨੌਜਵਾਨੀ ਬਿਲਕੁਲ ਨਸ਼ੇ 'ਚ ਗਲਤਾਨ ਹੋ ਗਈ ਆ। ਪੰਜਾਬ ਦੇ ਨੌਜਵਾਨ, ਜਿਵੇਂ ਇਤਿਹਾਸ ਰਿਹਾ ਪੰਜਾਬ ਦਾ ਕਿ ਇਹ ਭਾਵੇਂ ਕੋਈ ਧਾੜਵੀ ਚੜ੍ਹ ਕੇ ਆਵੇ ਜਾਂ ਕੋਈ ਹੋਰ ਹਮਲਾਵਰ ਜਾਂ ਕੋਈ ਪੰਜਾਬ ਦੇ ਉੱਤੇ ਕੋਈ ਮਾੜੀ ਅੱਖ ਰੱਖਦਾ ਹੋਵੇ ਤਾਂ ਉਹਨੂੰ ਇਹ ਸਿੱਧੇ ਹੋ ਕੇ ਟੱਕਰਦੇ ਰਹੇ ਆ ਵੀ। ਪਰ ਜਿਹੜੀ ਹੋਣ ਵਾਲੀ ਪੀੜ੍ਹੀ ਆ ਤਾਂ ਇਹਦੇ ਬਾਰੇ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਨਸ਼ਿਆਂ 'ਚ ਇੰਨੀ ਜ਼ਿਆਦਾ ਗਲਤਾਨ ਹੋ ਗਈ ਆ ਜਾਂ ਪੋਲੀਟੀਕਲੀ ਜਿਹੜੀ ਆ ਵੀ ਇੰਨੀ ਜ਼ਿਆਦਾ ਨਲਾਇਕ ਹੋ ਗਈ ਆ ਕਿ ਇਹ ਲੋਕ ਹੁਣ ਉਸ ਇਤਿਹਾਸ ਨੂੰ ਨਹੀਂ ਦੁਹਰਾ ਸਕਦੇ ਕਿ ਇਹ ਪੀੜ੍ਹੀ ਤੇ ਇਹਨਾਂ ਦਾ ਪੰਜਾਬ ਨਾਲ ਮੋਹ ਭੰਗ ਹੋ ਗਿਆ ਕਿ ਜਿਹੜਾ ਪੱਛਮ ਦਾ ਅਸੀਂ ਕਹਿ ਸਕਦੇ ਹਾਂ ਪਦਾਰਥਵਾਦ ਆ ਵੀ ਤੇ ਪੱਛਮ ਦੀ ਖਿੱਚ ਆ ਕਿ ਉਹ ਇੰਨੀ ਜ਼ਿਆਦਾ ਭਾਰੂ ਹੋ ਗਈ ਆ ਕਿ ਨੌਜਵਾਨ ਹੁਣ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ। ਹੁਣ ਪਰ ਜਿਹੜਾ ਇਹ ਕਿਸਾਨ ਸੰਘਰਸ਼ ਜਦੋਂ ਸ਼ੁਰੂ ਹੋਇਆ
ਸ਼ੁਰੂਆਤ ਤੋਂ ਹੀ ਨੌਜਵਾਨਾਂ ਦੀ ਜਿਵੇਂ ਇਹਦੇ 'ਚ ਹਿੱਸੇਦਾਰੀ ਰਹੀ ਆ ਜੀ ਤੇ ਨੌਜਵਾਨਾਂ ਨੇ ਖਾਸ ਕਰਕੇ ਜਿਹੜਾ ਉਹ ਨੈਰੇਟਿਵ ਆ ਕਿ ਇਹ ਸਾਡੀ ਹੋਂਦ ਦੀ ਲੜਾਈ ਆ, ਜਿਵੇਂ ਉਹਨੂੰ ਸਥਾਪਿਤ ਕੀਤਾ। ਕਿਉਂਕਿ ਕਿਸਾਨ ਯੂਨੀਅਨਾਂ ਜਿਹੜੀਆਂ ਸੀ ਉਹ ਪੰਜਾਬ ਦੀ ਸਿਆਸਤ ਵਿੱਚ ਅਸੀਂ ਜਾਣਦੇ ਹਾਂ ਕਿ ਜਿਹੜੀ ਯੂਨੀਅਨਾਂ ਦੀ ਸਿਆਸਤ ਆ ਉਹ ਬਹੁਤਾਤ ਉਹਦੇ 'ਤੇ ਖੱਬੇ ਪੱਖੀ ਵਿਚਾਰਧਾਰਾ ਭਾਰੂ ਆ ਜੀ ਤੇ ਖੱਬੇ ਪੱਖੀ ਵਿਚਾਰਧਾਰਾ ਦੀ ਇੱਕ ਲਿਮਿਟੇਸ਼ਨ ਆ ਕਿ ਉਹ ਕਿਸੇ ਵੀ ਲੜਾਈ ਨੂੰ ਜਾਂ ਕਿਸੇ ਵਰਤਾਰੇ ਨੂੰ ਉਹ ਸਿਰਫ ਆਰਥਿਕ ਪਹਿਲੂ ਤੋਂ ਦੇਖਦੇ ਆ। ਇਸੇ ਕਰਕੇ ਜਿਹੜੀਆਂ ਕਿਸਾਨ ਯੂਨੀਅਨਾਂ ਦੀ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਇਸ ਸਾਰੀ ਲੜਾਈ ਸੀ ਇਹਦਾ ਕੇਂਦਰ ਬਿੰਦੂ MSP ਨੂੰ ਰੱਖਿਆ, ਸਿਰਫ ਆਰਥਿਕ ਪਹਿਲੂ 'ਤੇ ਉਹ ਉਹਨਾਂ ਨੇ ਲੜਾਈ ਦਾ ਜਿਹੜਾ ਮੁਹਾਜ਼ ਆ ਉਹ ਸ਼ੁਰੂ ਕੀਤਾ ਸੀ। ਜੀ ਪਰ ਜਿਹੜਾ ਨੌਜਵਾਨ ਆ ਪੰਜਾਬ ਦਾ ਉਹਨੇ ਇਸ ਗੱਲ ਨੂੰ ਪ੍ਰਵਾਨ ਵੀ ਕੀਤਾ, ਪ੍ਰਚਾਰਿਆ ਵੀ ਕਿ ਇਹ ਇਕੱਲੀ ਆਰਥਿਕ ਲੜਾਈ ਨਹੀਂ, ਆਰਥਿਕ ਪਹਿਲੂ ਦੀ ਲੜਾਈ ਨਹੀਂ, ਇਹ ਸਾਡੀ ਹੋਂਦ ਦੀ ਲੜਾਈ ਆ, ਸਾਡੇ ਸੱਭਿਆਚਾਰ ਦੀ ਲੜਾਈ ਆ। ਕਿਉਂਕਿ ਸਾਡਾ ਸੱਭਿਆਚਾਰ ਜ਼ਮੀਨਾਂ ਤੋਂ ਬਿਨਾਂ ਚਿਤਵੇ ਹੀ ਨਹੀਂ ਜਾ ਸਕਦਾ। ਤੇ ਉਹ ਜਿਹੜਾ ਸਾਰਾ ਇਹ ਨੈਰੇਟਿਵ ਸੀ ਇਹਨੂੰ ਜਿਵੇਂ ਨੌਜਵਾਨ ਲੈ ਕੇ ਆਏ, ਫਿਰ ਉਸ ਤੋਂ ਬਾਅਦ ਦਿੱਲੀ ਜਾਣ ਦੀ ਕਾਲ ਸੀ ਤੇ ਉਹਨੂੰ ਜਿਵੇਂ ਨੇਪਰੇ ਚੜ੍ਹਾਇਆ। ਕਿਉਂਕਿ ਕਿਸਾਨ ਯੂਨੀਅਨਾਂ ਅਸੀਂ ਜਿਵੇਂ ਹੁਣ ਵੀ ਦੇਖਦੇ ਹਾਂ ਕਿ ਇੱਕ ਕਿਸਾਨ ਆਗੂ ਜਿਹੜੇ ਆ ਕਈ ਸਾਲਾਂ ਦੀ ਉਹਨਾਂ ਦੀ ਪ੍ਰੈਕਟਿਸ ਆ, ਉਸ ਪ੍ਰੈਕਟਿਸ ਦੇ ਵਿੱਚ ਇਹ ਹਮੇਸ਼ਾ ਹੁੰਦਾ ਕਿ ਐਲਾਨ ਕਰ ਦਿਓ ਜੀ ਤੇ ਐਲਾਨ ਕਰਨ ਤੋਂ ਬਾਅਦ ਇਹ ਸੋਚਿਆ ਜਾਂਦਾ ਕਿ ਸ਼ਾਇਦ ਸਰਕਾਰ ਉਸ ਐਲਾਨ ਦੇ ਨਾਲ ਕੋਈ ਵੱਡਾ ਐਲਾਨ ਕੀਤਾ ਤੇ ਉਸ ਐਲਾਨ ਤੋਂ ਸਰਕਾਰ ਜਿਹੜੀ ਆ ਉਹ ਦਬਾਅ 'ਚ ਆ ਜੇ ਤੇ ਸਰਕਾਰ ਸਾਡੀ ਗੱਲ ਮੰਨ ਲੇ। ਜੀ ਪਰ ਉਹ ਐਲਾਨ ਐਡਾ ਵੱਡਾ ਹੁੰਦਾ ਕਿ ਫਿਰ ਮੌਕਾ ਆਉਂਦਿਆਂ ਫਿਰ ਇਹ ਗੱਲ ਹੁੰਦੀ ਆ ਕਿ ਉਸ ਐਲਾਨ ਤੋਂ ਪਿੱਛੇ ਹਟਿਆ ਜਾਂਦਾ। ਇਹ ਪਹਿਲੀ ਵਾਰ ਨਹੀਂ, ਬੜੀ ਵਾਰ ਮਤਲਬ ਇਤਿਹਾਸ 'ਚ ਚੀਜ਼ਾਂ ਵਾਪਰਦੀਆਂ ਰਹੀਆਂ। ਤੇ ਦਿੱਲੀ ਵਾਲਾ ਐਲਾਨ ਵੀ ਇਸੇ ਤਰ੍ਹਾਂ ਜਿਹੜਾ ਕਿਸਾਨ ਜਥੇਬੰਦੀਆਂ ਨੇ ਕੀਤਾ ਸੀ ਕਿ ਅਸੀਂ ਦਿੱਲੀ ਜਾਵਾਂਗੇ, ਦਿੱਲੀ ਨੂੰ ਘੇਰਾ ਪਾਵਾਂਗੇ। ਪਰ ਕਿਸਾਨ ਜਥੇਬੰਦੀਆਂ ਤਾਂ ਸ਼ਾਇਦ ਨਹੀਂ ਸੀ ਜਾਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੇ ਆਪਣੇ ਬਿਆਨ ਨੇ। ਜਦੋਂ 26 ਨਵੰਬਰ ਨੂੰ ਬਾਰਡਰ ਟੁੱਟੇ ਵੀ ਆ, ਬਾਰਡਰ ਟੁੱਟਣ ਤੋਂ ਬਾਅਦ ਵੀ ਕਿਸਾਨ ਯੂਨੀਅਨਾਂ ਦੇ ਆਗੂ ਇਹ ਗੱਲ ਕਹਿੰਦੇ ਰਹੇ ਕਿ ਦਿੱਲੀ ਨਹੀਂ ਜਾਣਾ, ਕਿ ਜਿੱਥੇ ਹੈਗੇ ਹੋ ਇੱਥੇ ਹੀ ਬੈਠ ਜਾਓ। ਪਰ ਨੌਜਵਾਨਾਂ ਨੇ, ਕਿਉਂਕਿ ਨੌਜਵਾਨ ਇੱਕ ਵੇਗ ਸੀ, ਉਹ ਇੱਕ ਵਹਾਅ ਸੀ ਜਿਹੜਾ ਕਿ ਕਿਸੇ ਪਾਰਟੀ ਦੇ ਢਾਂਚੇ 'ਚ ਨਹੀਂ ਸੀ ਮਤਲਬ ਸਮੋਇਆ ਹੋਇਆ। ਉਹ ਨੌਜਵਾਨ ਜੇ ਤਾਕਤ ਲੈ ਰਿਹਾ ਸੀ ਉਹ ਕਿਸੇ ਜਥੇਬੰਦੀ ਦੇ ਆਗੂਆਂ ਤੋਂ ਨਹੀਂ ਸੀ ਤਾਕਤ ਲੈ ਰਿਹਾ ਜਾਂ ਹੁਕਮ ਲੈ ਰਿਹਾ। ਉਹ ਜਿਹੜੀ ਤਾਕਤ ਲੈ ਰਿਹਾ ਸੀ ਆਪਣੇ ਸੱਭਿਆਚਾਰ ਤੋਂ ਲੈ ਰਿਹਾ ਸੀ। ਉਹ ਆਪਣੀ ਜਿਹੜੀ ਅਨਕੌਂਸ਼ੀਅਸ ਆ, ਉਹਦਾ ਜਿਹੜਾ ਅਵਚੇਤਨ ਆ, ਉਹ ਤੋਂ ਉਹ ਆਪਣੀ ਤਾਕਤ ਲੈ ਰਿਹਾ ਸੀ, ਜਿਸ ਅਵਚੇਤਨ ਦੇ ਵਿੱਚ ਉਹ ਸਾਰਾ 18ਵੀਂ ਸਦੀ ਦਾ ਇਤਿਹਾਸ ਅਤੇ ਖਾਸ ਕਰਕੇ ਜਿਹੜਾ 1984 ਤੋਂ ਬਾਅਦ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿਹੋ ਜਿਹੀ ਲੜਾਈ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਭਾਰਤੀ ਸਰਕਾਰ ਦੇ ਖਿਲਾਫ ਲੜੀ ਆ, ਉਹ ਤੋਂ ਉਹ ਸੇਧ ਲੈ ਰਿਹਾ ਸੀ। ਅਤੇ ਉਹ ਸੇਧ ਲੈ ਕੇ ਅਤੇ ਮਤਲਬ ਉਹ ਜਿਹੜਾ ਵਹਾਅ ਆ ਉਹ ਦਿੱਲੀ ਤੱਕ ਪਹੁੰਚਿਆ। ਹੁਣ ਉਸ ਤੋਂ ਬਾਅਦ ਲਗਾਤਾਰ ਉੱਥੇ ਅੱਜ ਤੱਕ ਵੀ ਜਿਹੜਾ ਨੌਜਵਾਨ ਕੁਛ ਭਾਵੇਂ ਕਿਸੇ ਵੀ ਤਰ੍ਹਾਂ ਦੀ ਸੇਵਾ ਆ, ਲੰਗਰਾਂ ਦੀ ਸੇਵਾ ਆ, ਉੱਥੇ ਸਮਾਨ ਪਹੁੰਚਾਉਣ ਦੀ ਸੇਵਾ, ਉੱਥੇ ਬੈਠਣ ਦੀ ਸੇਵਾ ਆ, ਜਾਂ ਫਿਰ ਅਸੀਂ ਕਹੀਏ ਉੱਥੇ ਲਾਇਬ੍ਰੇਰੀਆਂ ਖੋਲ੍ਹੀਆਂ ਹੋਈਆਂ ਨੌਜਵਾਨਾਂ ਨੇ, ਮਤਲਬ ਹਰ ਇੱਕ ਤਰ੍ਹਾਂ ਦੀ ਸੇਵਾ 'ਤੇ ਡਟੇ ਹੋਏ ਆ। ਪਰ ਇਹ ਜਿਹੜੀ ਵੱਡੀ ਸਮੱਸਿਆ ਇਹਦੇ 'ਚ ਰਹੀ ਆ ਕਿ ਜਿਹੜਾ ਇੱਕ ਮਤਲਬ ਕਿਉਂਕਿ ਨੌਜਵਾਨਾਂ ਦੀ ਜਿਹੜੀ ਇੱਕ ਨਵੀਂ ਚੇਤਨਾ ਪੈਦਾ ਹੋਈ, ਉਹਦਾ ਅਤੇ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਉਹਦੇ ਵਿੱਚ ਇੱਕ ਬਹੁਤ ਬੜਾ ਗੈਪ ਜਿਹੜਾ ਆ ਉਹ ਨਜ਼ਰ ਆਇਆ। ਹੁਣ ਉਹ ਗੈਪ ਹੌਲੀ ਹੌਲੀ ਇੱਕ ਵੱਡੇ ਟਕਰਾਅ ਦਾ ਵੀ ਰੂਪ ਧਾਰਨ ਕਰਦਾ ਜਾ ਰਿਹਾ ਜੀ ਕਿ ਜਿਹੜਾ ਖਾਸ ਕਰਕੇ ਜੇ ਹੁਣ ਮੈਂ ਮੌਜੂਦਾ ਸਮੇਂ ਦੀ ਗੱਲ ਕਰਾਂ, ਕਿਉਂਕਿ ਬੜਾ ਕੁਛ ਇਹਨਾਂ ਸਾਰੇ ਮਹੀਨਿਆਂ 'ਚ ਹੋਇਆ, ਅਸੀਂ ਇੱਕ ਇੰਟਰਵਿਊ 'ਚੋਂ ਤਫਸੀਲ 'ਚ ਗੱਲ ਵੀ ਨਹੀਂ ਕਰ ਸਕਦੇ। ਪਰ ਜਿਵੇਂ ਦੀ ਇੰਟਰਵਿਊ ਹੁਣ ਪਿਛਲੇ ਦਿਨੀ ਜੋਗਿੰਦਰ ਸਿੰਘ ਉਗਰਾਹਾਂ ਦੀ ਆਈ ਆ, ਕਿ ਜੋਗਿੰਦਰ ਸਿੰਘ ਉਗਰਾਹਾਂ ਟੋਟਲੀ ਇੱਕ ਮਤਲਬ ਐਰੋਗੈਂਟ ਜਿਹੜਾ ਸ਼ਬਦ ਹੁੰਦਾ ਆ ਵੀ ਮਤਲਬ ਐਰੋਗੈਂਸ ਦਿਖਾ ਰਹੇ ਆ ਕਿ ਉਹ ਜਿਵੇਂ ਕਹਿ ਰਹੇ ਆ ਕਿ ਮਤਲਬ ਮੇਰੇ ਨਾਲ ਮੇਰਾ ਕੈਡਰ ਆ ਪਾਰਟੀ ਦਾ, ਅਤੇ ਜਿਹੜੇ ਬੰਦੇ ਮੈਨੂੰ ਸਵਾਲ ਕਰਦੇ ਆ ਵੀ ਜਿਵੇਂ ਸਵਾਲ ਇਸ ਗੱਲ 'ਤੇ ਹੋਇਆ ਕਿ ਤੁਸੀਂ ਜਥੇਬੰਦੀਆਂ ਨੇ ਹੁਣ ਫਿਰ ਜਿਵੇਂ ਸੰਸਦ ਘੇਰਨ ਦੀ ਕਾਲ ਦਿੱਤੀ ਸੀ, ਫਿਰ ਉਸ ਤੋਂ ਪਿੱਛੇ ਹਟ ਗਈਆਂ ਵੀ ਜਿਹੜਾ ਉਹਦੇ 'ਤੇ ਸਵਾਲ ਜਿਹੜੇ ਨੌਜਵਾਨ ਕਰ ਰਹੇ ਆ ਤਾਂ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਤੁਸੀਂ ਆਪ ਘੇਰ ਲਓ, ਅਸੀਂ ਨਹੀਂ ਘੇਰਨੀ, ਤੁਸੀਂ ਆਪ ਜੋ ਕਰਨਾ ਕਰ ਲਓ। ਤਾਂ ਇਹ ਤਾਂ ਮਤਲਬ ਪਰਚੀਆਂ ਤੁਸੀਂ ਕੱਢਦੇ ਹੋ ਪਿੰਡਾਂ 'ਚ ਜਾ ਕੇ, ਅਗਰਾਈਆਂ ਤੁਸੀਂ ਕਰਦੇ ਹੋ ਸੰਘਰਸ਼ ਦੇ ਨਾਂ 'ਤੇ, ਅਤੇ ਤੁਸੀਂ ਆਗੂ ਤੁਸੀਂ ਕਹਾਉਂਦੇ ਹੋ, ਅਤੇ ਜਦੋਂ ਤੁਹਾਨੂੰ ਸਵਾਲ ਹੁੰਦਾ ਤਾਂ ਫਿਰ ਤੁਸੀਂ ਮੋਦੀ ਬਣ ਜਾਂਦੇ ਹੋ ਵੀ ਜਿਹੋ ਜਿਹਾ ਮੋਦੀ ਦਾ ਐਟੀਟਿਊਡ ਆ ਕਿ ਮੈਂ ਜੀ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦੇਣਾ, ਵੀ ਮੈਨੂੰ ਸਵਾਲ ਕਰਨ ਵਾਲਾ ਕੌਣ ਹੁੰਦਾ। ਵੀ ਹੁਣ ਇੱਦਾਂ ਹੀ ਲੱਗਦਾ ਸੀ ਜਦੋਂ ਇੰਟਰਵਿਊ ਪਿਛਲੇ ਦਿਨੀ ਸ਼ਾਇਦ ਤੁਸੀਂ ਵੀ ਸੁਣੀ ਹੋਵੇ, ਜਿਵੇਂ ਉਗਰਾਹਾਂ ਨਹੀਂ ਬੋਲਦਾ, ਉਗਰਾਹਾਂ 'ਚ ਮੋਦੀ ਬੋਲਦਾ। ਜੀ। ਅਤੇ
ਮਤਲਬ ਜਿਹੜਾ ਇਹੋ ਜਿਹਾ ਐਟੀਟਿਊਡ ਆ ਜਿਹੜਾ ਇਹ ਜਥੇਬੰਦੀਆਂ ਦੇ ਆਗੂਆਂ ਦਾ ਤੇ ਨੌਜਵਾਨਾਂ ਦੇ ਐਟੀਟਿਊਡ ਦੇ ਵਿੱਚ ਜਿਹੜਾ ਇੱਕ ਗੈਪ ਬਣਿਆ ਬਹੁਤ ਵੱਡਾ, ਇੱਕ ਬਹੁਤ ਬੜਾ ਸਵਾਲ ਖੜਾ ਕਰ ਰਿਹਾ ਪੰਜਾਬ ਦੇ ਭਵਿੱਖ ਨੂੰ ਲੈ ਕੇ। ਹੁਣ ਨੌਜਵਾਨਾਂ ਨੇ ਸਾਰੇ ਸੰਘਰਸ਼ ਦੇ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾ ਲਿਆ। ਸੁਖਵਿੰਦਰ, ਮੈਂ ਤੁਹਾਨੂੰ ਰੋਕਣਾ ਚਾਹਾਂਗਾ ਕਿ ਜਿਹੜੇ ਕਿਸਾਨ ਆਗੂ ਆ ਬੜੇ ਸੂਝਵਾਨ ਮੰਨੇ ਜਾਂਦੇ ਆ, ਸਟੇਜ ਦੇ ਉੱਪਰੋਂ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਦੇ ਦੇਣਾ, ਇਹਦੇ ਨਾਲ ਨੌਜਵਾਨੀ ਦੇ ਵਿੱਚ ਨਿਰਾਸ਼ਤਾ ਪੈਦਾ ਹੋਣੀ, ਤਕਰਾਰ ਪੈਦਾ ਹੋਣੇ। ਕੀ ਲੱਗਦਾ ਹੈ ਕਿ ਇਹਦੇ ਨਾਲ ਕਿਸਾਨ ਆਗੂਆਂ ਨੂੰ ਜਾਂ ਨੌਜਵਾਨੀ ਨੂੰ ਢਾਹ ਨਹੀਂ ਲੱਗੇਗੀ, ਸੰਘਰਸ਼ ਨੂੰ ਢਾਹ ਲੱਗੇਗੀ, ਉਹ ਕਿਰਤੀ ਲੋਕ ਦਰਾੜੇ ਜਾਣਗੇ? ਨਹੀਂ, ਇਹ ਜਿਹੜੀ ਗੱਲ ਆ ਢਾਹ ਤਾਂ ਬੜੇ ਹੋਰ ਪਹਿਲੂਆਂ ਤੋਂ ਲੱਗੀ ਆ। ਬੜੀਆਂ ਗੱਲਾਂ ਕਰਕੇ ਸੰਘਰਸ਼ ਜਿੱਥੇ ਪਹੁੰਚ ਗਿਆ ਸੀ ਜੀ, ਉਹ ਹੁਣ ਮਤਲਬ ਥੱਲੇ ਆਇਆ ਸੰਘਰਸ਼ ਜੀ। ਤਾਂ ਉਹਦੇ ਵਿੱਚ ਹੁਣ ਜੇ ਸਾਰੀਆਂ ਗੱਲਾਂ 'ਤੇ ਵਿਚਾਰ ਕੀਤੀ ਜਾਵੇ, ਕਰਨੀ ਚਾਹੀਦੀ ਆ ਵੀ ਕਿਹੜੀਆਂ ਗੱਲਾਂ ਕਰਕੇ ਇਹ ਢਾਹ ਲੱਗੀ ਆ, ਤਾਂ ਉਹ ਸਾਰੀਆਂ ਗੱਲਾਂ ਦੇ ਵਿੱਚ ਮੈਂ ਨਾ ਜਾਵਾਂ। ਤਾਂ ਮਸਲਾ ਇਹ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੌਜਵਾਨਾਂ ਦੇ ਵਿੱਚ ਨਿਰਾਸ਼ਤਾ ਆਉਣੀ ਕਿ ਅਸੀਂ ਇੰਨਾ ਕੰਮ ਕੀਤਾ ਆ, ਸਾਨੂੰ ਆਗੂ ਇਹੋ ਜਿਹੀਆਂ ਗੱਲਾਂ ਕਹਿ ਰਹੇ ਆ। ਤਾਂ ਹੁਣ ਇਹਦਾ ਹੱਲ ਕੀ ਆ? ਇਹਦਾ ਹੱਲ ਇਹੋ ਆ, ਜੋ ਅਸੀਂ ਉੱਥੇ ਜਦੋਂ ਮਤਲਬ ਬੈਠੇ ਰਹੇ ਹਾਂ ਜਾਂ ਅਸੀਂ ਮਹਿਸੂਸ ਕਰਦੇ ਸੀ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਸਿਆਸਤ ਆ, ਵੀ ਸਾਡੀ ਇਹ ਸਮੱਸਿਆ ਤਾਂ ਸਿਆਸੀ ਸਮੱਸਿਆ ਨਾ, ਮਤਲਬ ਚਾਹੇ ਸਾਡੇ 'ਤੇ ਕਾਨੂੰਨ ਲਾਗੂ ਹੋ ਰਹੇ ਆ, ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਵੀ ਇਹ ਸਾਰੀਆਂ ਇਹਦੀ ਜੜ ਸਿਆਸਤ 'ਚ ਪਈ ਆ। ਤਾਂ ਹੁਣ ਜਿਹੜੀ ਉਹ ਪੰਜਾਬ ਦੀ ਸਿਆਸਤ ਆ, ਉਹ ਭਾਵੇਂ ਤਾਂ ਅਕਾਲੀ ਦਲ, ਬਾਦਲ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਫਿਰ ਇਹ ਉਗਰਾਹਾਂ ਜਥੇਬੰਦੀ, ਡਕੌਂਦਾ ਜਥੇਬੰਦੀ ਜਾਂ ਖੱਬੇ ਪੱਖੀਆਂ ਦੀਆਂ ਜਿੰਨੀਆਂ ਜਥੇਬੰਦੀਆਂ, ਮਤਲਬ ਜਿਹੜੀਆਂ ਕਿਤੇ ਨਾ ਕਿਤੇ ਪਾਵਰ ਸ਼ੇਅਰ ਕਰਦੀਆਂ ਇਹ ਸਾਰੇ ਸਿਸਟਮ ਦੇ ਵਿੱਚ, ਤਾਂ ਮਤਲਬ ਇਹ ਜਿਹੜੀਆਂ ਸਥਾਪਿਤ ਧਿਰਾਂ ਹੈਗੀਆਂ ਨੇ ਵੀ ਇਹਨਾਂ ਦੀ ਮਤਲਬ ਇਹਨਾਂ ਦੇ ਵਿੱਚ ਇੱਕ ਵੱਡੀ ਸਮੱਸਿਆ ਵੀ ਇਹਨਾਂ ਦੇ ਰਾਹੀਂ ਨੌਜਵਾਨ ਜਿਹੜਾ ਆ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ। ਇਹ ਗੱਲ ਇਸ ਸੰਘਰਸ਼ ਨੇ ਸਪਸ਼ਟ ਕਰਤੀ ਆ। ਨੌਜਵਾਨ ਪੰਜਾਬ ਦੀ ਜਿਹੜੀ ਇਹ ਗਰਕੀ ਹੋਈ ਸਥਿਤੀ ਆ, ਉਹ ਇਹਨਾਂ ਜਿਹੜੀਆਂ ਇਹ ਧਿਰਾਂ ਸਾਰੀਆਂ ਪਾਵਰ ਨੂੰ ਸ਼ੇਅਰ ਕਰਦੀਆਂ, ਉਹ ਪਾਵਰ ਨੂੰ ਜਦੋਂ ਮੈਂ ਸ਼ੇਅਰ ਕਰਨਾ ਕਹਿ ਰਿਹਾ ਤਾਂ ਉਹਦੇ ਵਿੱਚ ਸਿਰਫ ਸੱਤਾ ਧਿਰ ਨਹੀਂ ਹੁੰਦੀ ਆ, ਵਿਰੋਧੀ ਧਿਰ ਵੀ ਹੁੰਦੀ ਆ, ਅਤੇ ਹੋਰ ਵੀ ਜਿਹੜੇ ਸਾਰੇ ਗਰੁੱਪ ਜਿਹੜੇ ਯੂਨੀਅਨਸ ਦੇ ਨਾਂ 'ਤੇ ਲੰਮੇ ਸਮੇਂ ਤੋਂ ਪੰਜਾਬ 'ਚ ਵਿਚਰਦੇ ਰਹੇ ਆ, ਇਹ ਸਾਰੇ ਪਾਵਰ ਸ਼ੇਅਰ ਕਰਦੇ ਆ। ਤਾਂ ਇਹਨਾਂ ਦੀ ਆਪਣੀ ਵਰਕਿੰਗ ਨੇ ਇਹ ਪੰਜਾਬ ਦੀ ਸਥਿਤੀ ਨੂੰ ਇੱਥੇ ਤੱਕ ਕਰਕੇ ਆਇਆ। ਹੁਣ ਨੌਜਵਾਨਾਂ ਦੇ ਅੰਦਰ ਇੱਕ ਇੱਛਾ ਆ ਕਿ ਅਸੀਂ ਫੇਰ ਪੰਜਾਬ ਨੂੰ ਉਸ ਮਤਲਬ ਹਾਲਾਤ ਵੱਲ ਲੈ ਕੇ ਜਾਈਏ ਜਿਹੜਾ ਅਸੀਂ ਆਪਣੇ ਇਤਿਹਾਸ 'ਚ ਚਿਤਵਦੇ ਹਾਂ, ਕਿ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਹੋਵੇ, ਜਿੱਥੇ ਮਤਲਬ ਪੰਜਾਬ ਦੇ ਹੱਕਾਂ ਹਕੂਕਾਂ ਦੀ ਰਾਖੀ ਦੀ ਗੱਲ ਹੋਵੇ ਅਤੇ ਅਸੀਂ ਮਾਣ ਨਾਲ, ਸਵੈ ਮਾਣ ਨਾਲ ਇਸ ਧਰਤੀ 'ਤੇ ਰਹਿ ਸਕੀਏ। ਹੁਣ ਜਿਹੜੀ ਉਹ ਸਿਆਸਤ ਸਿਰਜਣੀ ਆ, ਉਹ ਜਿਹੜੇ ਇਹ ਸਾਰੀ ਇਹ ਸਟਰਕਚਰ ਆ, ਪੋਲੀਟੀਕਲ ਸਟਰਕਚਰ ਜਾਂ ਪੋਲੀਟੀਕਲ ਇੰਸਟੀਚਿਊਟ ਆ ਜਿੰਨੇ ਪੁਰਾਣੇ, ਇਹਨਾਂ ਦੇ ਵਿੱਚੋਂ ਇਹ ਨਹੀਂ ਮਤਲਬ ਇਹ ਸਥਾਪਿਤ ਨਹੀਂ ਹੋ ਸਕਦਾ ਜੋ ਨੌਜਵਾਨ ਚਾਹੁੰਦੇ ਆ। ਤਾਂ ਨੌਜਵਾਨਾਂ ਨੇ ਜਿਹੜੀ ਸਭ ਤੋਂ ਵੱਡੀ ਲੋੜ ਆ ਕਿ ਨੌਜਵਾਨਾਂ ਨੂੰ ਵੀ ਨਹੀਂ ਸੀ ਪਤਾ ਇਸ ਸੰਘਰਸ਼ ਤੋਂ ਪਹਿਲਾਂ ਕਿ ਉਹਨਾਂ ਦੇ ਵਿੱਚ ਕਿੰਨੀ ਤਾਕਤ ਆ, ਤਾਂ ਇਸ ਸੰਘਰਸ਼ ਨੇ ਉਹਨਾਂ ਨੂੰ ਅਹਿਸਾਸ ਕਰਵਾਇਆ ਕਿ ਤੁਹਾਡੇ ਅੰਦਰ ਜਿਹੜਾ ਜਿਵੇਂ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਅਤੇ ਜਿਹੜਾ ਗੁਰੂ ਸਾਹਿਬਾਨ ਦਾ ਅਤੇ ਸਿੱਖ ਸ਼ਹੀਦਾਂ ਦਾ ਜਿਹੜਾ ਉਹ ਸਾਰਾ ਇਤਿਹਾਸ ਆ, ਜਿਹੜੀ ਉਹਦੀ ਤਾਕਤ ਆ ਸਾਰੀ, ਉਹ ਨੌਜਵਾਨਾਂ ਦੇ ਵਿਚੇਤਨ 'ਚ ਅੱਜ ਵੀ ਸਮੋਈ ਹੋਈ ਆ। ਅਤੇ ਉਹਦਾ ਪ੍ਰਗਟਾ ਜਿਵੇਂ ਹੋਇਆ ਉਹ ਸਾਡੀ ਤਾਕਤ ਆ। ਹੁਣ ਉਸ ਤਾਕਤ ਨੂੰ ਵੱਡੀ ਲੋੜ ਆ ਕਿ ਤੁਸੀਂ ਇਹਨਾਂ ਸਟਰਕਚਰਸ ਨੂੰ ਜਿਹੜੇ ਪੁਰਾਣੇ ਹੈਗੇ ਆ ਇਹਨਾਂ ਨੂੰ ਤੁਸੀਂ ਰੱਦ ਕਰਕੇ ਅਤੇ ਤੁਸੀਂ ਆਪਣੇ ਨਵੇਂ ਸਟਰਕਚਰਸ ਉਸਾਰੋ। ਔਰਗਨਾਈਜ਼ ਹੋਣਾ ਜਿਹੜਾ ਨੌਜਵਾਨ ਨੂੰ ਬਹੁਤ ਲੋੜ ਆ ਕਿ ਉਹ ਔਰਗਨਾਈਜ਼ ਹੋਣ ਅਤੇ ਨਵੇਂ ਸਟਰਕਚਰਸ 'ਚ ਔਰਗਨਾਈਜ਼ ਹੋਣ, ਅਤੇ ਉਹਨਾਂ ਦੇ ਵਿੱਚ ਜਦੋਂ ਔਰਗਨਾਈਜ਼ ਹੋਣਗੇ ਤਾਂ ਮੈਨੂੰ ਇਹ ਬੜੀ ਵੱਡੀ ਆਸ ਆ ਕਿ ਜੋ ਵੀ ਵਾਪਰ ਰਿਹਾ ਜਾਂ ਜਿਹੋ ਜਿਹਾ ਵਰਤਾਰਾ ਵਾਪਰ ਰਿਹਾ, ਚੈਲੰਜਿੰਗ ਜ਼ਰੂਰ ਆ ਕਿ ਨਵੇਂ ਚੈਲੰਜਸ ਜਿਹੜੇ ਆ ਉਹ ਆ ਰਹੇ ਆ, ਪਰ ਚੈਲੰਜ ਜਿਵੇਂ ਕਹਿੰਦੇ ਆ ਵੀ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਵਾਲੀ ਗੱਲ ਆ, ਤਾਂ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ। ਪਰ ਹਾਂ, ਇਹਨਾਂ ਚੈਲੰਜਸ ਦੇ ਵਿੱਚੋਂ ਜੇ ਅਸੀਂ ਆਪਣੀ ਇਸ ਤਾਕਤ ਨੂੰ ਔਰਗਨਾਈਜ਼ ਕਰ ਲੈਂਦੇ ਹਾਂ ਤਾਂ ਅਸੀਂ ਜ਼ਰੂਰ ਜੇਤੂ ਹੋ ਕੇ ਇਹਨਾਂ ਚੈਲੰਜਸ 'ਚੋਂ ਨਿਕਲਾਂਗੇ। ਤਾਂ ਅੱਜ ਨੌਜਵਾਨਾਂ ਨੂੰ ਇਹੋ ਲੋੜ ਆ ਕਿ ਉਹ ਮਤਲਬ ਇਹ ਸਾਰੇ ਸੰਘਰਸ਼ ਤੋਂ ਵੀ ਸਬਕ ਲੈਣ, ਸਾਰੇ ਸੰਘਰਸ਼ ਦੇ ਵਿੱਚ ਜੋ ਜੋ ਵਾਪਰਿਆ ਉਹਨੂੰ ਭੁੱਲਣ ਨਾ, ਉਹਨੂੰ ਯਾਦ ਰੱਖਣ, ਜਿਹਦਾ ਜੋ ਰਵੱਈਆ ਰਿਹਾ, ਜਿਹਦੇ ਜੋ ਬਿਆਨ ਰਹੇ, ਹਰ ਇੱਕ ਗੱਲ ਨੂੰ ਚੇਤਿਆਂ 'ਚ ਰੱਖਿਆ ਜਾਵੇ। ਅਤੇ ਉਸ ਤੋਂ ਬਾਅਦ ਹੁਣ ਕੁਛ ਨੌਜਵਾਨ ਆਗੂ ਜਿਹੜੇ ਆ, ਕਿਉਂਕਿ
ਦੇਖੋ ਇਹ ਇੱਕ ਜਿਵੇਂ ਕਹਿੰਦੇ ਆ ਵੀ ਡਾਇਵਰਸਿਟੀ ਹੈ ਜਿਹੜੀ ਉਹ ਅਕਾਲ ਪੁਰਖ ਦਾ ਨਿਯਮ ਆ ਜੀ। ਤੇ ਸਾਡੇ ਜਿਹੜੇ ਮਨ ਨੇ ਜਾਂ ਕਿਸੇ ਦੇ ਵਿੱਚ ਕੋਈ ਗੁਣ ਆ, ਕਿਸੇ ਦੇ ਵਿੱਚ ਕੋਈ ਗੁਣ ਆ, ਕਿਸੇ 'ਚ ਕੋਈ ਕਾਬਲੀਅਤ ਆ, ਤਾਂ ਹਰ ਇੱਕ ਬੰਦੇ ਨੂੰ ਆਪਣੀ ਕਾਬਲੀਅਤ ਨੌਜਵਾਨ ਨੂੰ ਪੰਜਾਬ ਦੇ ਨੂੰ ਪਛਾਣਨੀ ਚਾਹੀਦੀ ਆ ਤੇ ਉਹਨੂੰ ਪੰਜਾਬ ਪ੍ਰਤੀ ਤੇ ਜੇ ਮੈਂ ਸਿੱਖ ਨੌਜਵਾਨਾਂ ਦੀ ਗੱਲ ਕਰਾਂ ਤਾਂ ਪੰਥ ਪ੍ਰਤੀ ਉਹਨਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਜਾਣਾ ਚਾਹੀਦਾ ਤੇ ਜਿਹੜੀ ਵੀ ਕਾਬਲੀਅਤ ਉਹਨਾਂ 'ਚ ਹੈਗੀ ਆ ਉਹ ਪੰਥ ਦੇ ਜਾਂ ਗੁਰੂ ਦੇ ਦਰ ਤੇ ਉਹਨੂੰ ਸਮਰਪਣ ਉਹਦਾ ਕਰ ਦੇਣਾ ਚਾਹੀਦਾ ਕਿਉਂਕਿ ਸਮਰਪਣ 'ਚੋਂ ਹੀ ਸੇਵਾ ਹੋ ਸਕਦੀ ਆ। ਜੇ ਜਿਵੇਂ ਸਿਆਸਤ ਵੀ ਜਿਹੜੀ ਆ ਜਿਹੜੀ ਸਿੱਖਾਂ ਦੀ ਸਿਆਸਤ ਆ ਜੀ ਤਾਂ ਉਹ ਵੀ ਇੱਕ ਤਰ੍ਹਾਂ ਦੀ ਸੇਵਾ ਆ। ਜੀ ਹੁਣ ਜਿਹੜੀ ਇਹ ਸੇਵਾ ਆ ਉਹ ਬਿਨਾਂ ਸਮਰਪਣ ਤੋਂ ਨਹੀਂ ਕੀਤੀ ਜਾ ਸਕਦੀ। ਜੇ ਤੁਹਾਡੇ ਅੰਦਰ ਸਮਰਪਣ ਦੀ ਭਾਵਨਾ ਨਹੀਂ ਫਿਰ ਸੇਵਾ 'ਚ ਵੀ ਹਉਮੈ ਆ ਜਾਂਦੀ ਆ। ਤਾਂ ਇਹੀ ਗੱਲ ਆ ਵੀ ਜਿਹੜਾ ਜੇ ਅਸੀਂ ਸਿਆਸਤ ਵੀ ਆਪਣੀ ਨਵੀਂ ਖੜੀ ਕਰਨੀ ਆ ਤਾਂ ਉਹ ਗੁਰੂ ਅੱਗੇ ਪਹਿਲਾਂ ਸਮਰਪਣ ਕਰੀਏ ਤੇ ਗੁਰੂ ਦਾ ਇਹ ਸ਼ੁਕਰਾਨਾ ਵੀ ਕਰੀਏ ਕਿ ਸਾਨੂੰ ਜਿਹੜੀ ਉਹ ਵਿਸਰੀ ਹੋਈ ਸਾਡੀ ਤਾਕਤ ਸੀ ਉਹਦਾ ਅਹਿਸਾਸ ਗੁਰੂ ਸਾਹਿਬ ਨੇ ਕਰਵਾਇਆ, ਇਹ ਕਲਾ ਵਰਤੀ ਆ। ਤੇ ਹੁਣ ਅਰਦਾਸ ਕਰੀਏ ਗੁਰੂ ਅੱਗੇ ਕਿ ਜਿਵੇਂ ਗੁਰੂ ਸਾਹਿਬ ਨੇ ਉਦੋਂ ਜਿਹੜੇ ਲੋਕ ਇੱਥੇ ਸਾਰੇ ਖਿੜੇ ਪੁੜੇ ਸੀ, ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਤਾਂ ਕਦੇ ਕਰਦ ਨਹੀਂ ਫੜ ਕੇ ਦੇਖੀ ਤੇ ਅਸੀਂ ਮਤਲਬ ਵੀ ਚਿੜੀਆਂ ਹੈ ਨਾ ਤੁਸੀਂ ਸਾਤੋਂ ਕਿਵੇਂ ਬਾਜ਼ ਤੜਵਾ ਦੋਗੇ, ਤਾਂ ਗੁਰੂ ਸਾਹਿਬ ਨੇ ਜਿਵੇਂ ਉਹ ਖਾਲਸਾ ਸਪਿਰਿਟ ਦੇ ਨਾਲ ਲੋਕਾਂ ਨੂੰ ਜਥੇਬੰਦ ਕੀਤਾ ਤੇ ਉਹ ਇੱਕ ਖਾਲਸਾ ਜਥੇਬੰਦੀ ਇੱਕ ਅਸਾਰੀ ਤੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਉਹਨੂੰ ਜਿਵੇਂ ਜਥੇਬੰਦ ਕੀਤਾ ਫਿਰ ਸਿੱਖਾਂ ਨੇ ਉਸ ਤਾਕਤ ਨੂੰ, ਤੇ ਉਹ ਸਾਰੇ ਇਤਿਹਾਸ ਤੋਂ ਸਬਕ ਲੈਂਦਿਆਂ ਅਸੀਂ ਜਥੇਬੰਦ ਹੋਈਏ ਤੇ ਜਥੇਬੰਦ ਹੋ ਕੇ ਤੇ ਆਪਣੇ ਨਵੇਂ ਇੰਸਟੀਚਿਊਟ ਖੜ੍ਹੇ ਕਰੀਏ। ਤੇ ਫਿਰ ਜਿਹੜੀ ਇਹ ਲੜਾਈ ਇਹ ਕਿਸਾਨ ਬਿੱਲਾਂ ਦੀ ਲੜਾਈ ਆ ਇਹ ਸਿਰਫ ਖੇਤਾਂ ਤੱਕ ਸੀਮਤ ਨਹੀਂ ਜੀ। ਜਿਵੇਂ ਅਸੀਂ ਜਿਹੜਾ ਮਤਲਬ ਨੈਰੇਟਿਵ ਇਹ ਆਪਣੇ ਆਪ ਕਿਤੋਂ ਹਵਾ 'ਚ ਹੋਂਦ 'ਚ ਨਹੀਂ ਆ ਗਿਆ ਕਿ ਹੋਂਦ ਦੀ ਲੜਾਈ ਹੈ, ਸੱਚਮੁੱਚ ਹੋਂਦ ਦੀ ਲੜਾਈ ਆ। ਤੇ ਇਹ ਲੜਾਈ ਕੋਈ 1 ਜਾਂ 2 ਦਿਨਾਂ 'ਚ ਖਤਮ ਨਹੀਂ ਹੋਣੀ। ਇਹ ਲੜਾਈ ਇਹਨਾਂ ਕਾਨੂੰਨਾਂ ਦੇ ਨਾਲ ਸ਼ੁਰੂ ਹੋਈ ਆ। ਇਹ ਲੜਾਈ ਤਾਂ ਜਦੋਂ ਦੀ ਇਹ ਸਟੇਟ ਇੰਡੀਅਨ ਸਟੇਟ ਹੋਂਦ 'ਚ ਆਈ ਆ ਵੀ ਜਦੋਂ ਅੰਗਰੇਜ਼ ਇੱਥੋਂ ਇਹ ਛੱਡ ਕੇ ਚਲੇ ਗਏ, ਜਦੋਂ ਇਹ ਹੋਂਦ 'ਚ ਆਈ ਤੇ ਜਦੋਂ ਇਹ ਸਰਕੂਲਰ ਜਾਰੀ ਕਰਤਾ ਗਿਆ ਜੀ ਇਹ ਸਿੱਖ ਇੱਕ ਜਰੈਮ ਪੇਸ਼ਾ ਕੌਮ ਆ, ਇਹ ਤਾਂ ਉਦੋਂ ਦੀ ਸ਼ੁਰੂ ਹੋਈ ਆ। ਉਦੋਂ ਦੀ ਸ਼ੁਰੂ ਹੁੰਦੀ ਜਿਹੜਾ ਇੱਥੋਂ ਦਾ ਉਹ ਬ੍ਰਾਹਮਣਵਾਦੀ ਨਿਜ਼ਾਮ ਆ ਜਿਹਨੂੰ ਵਿਪਰਨ ਕੀ ਰੀਤ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀ ਉਹ ਵਿਚਾਰਧਾਰਾ ਇੱਥੇ ਹਰ ਇੱਕ ਉਸ ਵਰਗ ਨੂੰ ਹਰ ਇੱਕ ਉਸ ਤਬਕੇ ਨੂੰ ਜਿਹੜੀ ਉਹ ਤੋਂ ਵੱਖਰੀ ਪਛਾਣ ਰੱਖਦੀ ਆ ਜਾਂ ਜਿਹੜੀ ਉਹਦੇ ਵਿਚਾਰ ਨੂੰ ਚੈਲੰਜ ਕਰਨ ਦੀ ਤਾਕਤ ਰੱਖਦੀ ਆ ਉਹਨੂੰ ਇੱਥੇ ਜਾਂ ਉਹ ਐਲੀਮੀਨੇਟ ਕਰਕੇ ਜਾਂ ਸਿਮੀਲੇਟ ਕਰਕੇ ਉਹਨੂੰ ਖਤਮ ਕਰਨਾ ਚਾਹੁੰਦਾ। ਤਾਂ ਇਹ ਪਹਿਲਾਂ ਅੰਗਰੇਜ਼ ਇੱਥੇ ਸੀ ਤਾਂ ਉਹਨਾਂ ਕੋਲ ਸਿੱਧੀ ਸਟੇਟ ਪਾਵਰ ਨਹੀਂ ਸੀ, ਕੰਮ ਤਾਂ ਉਹਨਾਂ ਦਾ ਉਦੋਂ ਵੀ ਜਾਰੀ ਸੀ, ਪਰ ਜਦੋਂ ਅੰਗਰੇਜ਼ ਚਲੇ ਗਏ ਤਾਂ ਪਾਵਰ ਟਰਾਂਸਫਰ ਹੋ ਗਈ ਤਾਂ ਇਹਨਾਂ ਕੋਲ ਇੱਕ ਸਿੱਧੀ ਪੋਲੀਟੀਕਲ ਪਾਵਰ ਸਟੇਟ ਪਾਵਰ ਵੀ ਆ ਗਈ ਤਾਂ ਇਹਨਾਂ ਦਾ ਜਿਹੜਾ ਡੰਗ ਆ ਉਹ ਤਿੱਖਾ ਹੋ ਗਿਆ। ਤਾਂ ਉਦੋਂ ਤੋਂ ਹੀ ਜਿਹੜਾ ਪੰਜਾਬ ਆ ਖਾਸ ਕਰਕੇ ਸਿੱਖ ਨੇ ਉਹ ਤਾਂ ਮਤਲਬ ਉਦੋਂ ਤੋਂ ਹੀ ਇਹ ਤੋਂ ਨਾਬਰ ਨੇ, ਉਦੋਂ ਤੋਂ ਹੀ ਲੜ ਰਹੇ ਆ। ਤਾਂ ਇਹ ਲੜਾਈ ਕੰਟੀਨਿਊ ਹੈ। ਇਹ ਲੜਾਈ ਕੋਈ ਜੇ ਅੱਜ ਕਹੇ ਨਾ ਤਾਂ ਇਹ ਲੜਾਈ ਜਿਵੇਂ ਆਹ ਸੰਘਰਸ਼ ਦੇ ਵਿੱਚ ਬੜਾ ਦੇਖਣ 'ਚ ਆਇਆ ਕਿ ਜੀ ਸੰਘਰਸ਼ ਦਾ ਚਿਹਰਾ ਕੌਣ ਬਣ ਰਿਹਾ, ਸੰਘਰਸ਼ ਦਾ ਚਿਹਰਾ ਜੀ ਉਗਰਾਹਾਂ ਲੱਗਦਾ ਕਿ ਮੈਂ ਆ, ਫਿਰ ਉਗਰਾਹਾਂ ਨੂੰ ਡਰ ਲੱਗਣ ਲੱਗ ਜਾਂਦਾ ਕਿ ਯਾਰ ਦੀਪ ਸਿੱਧੂ ਮੇਰੇ ਤੋਂ ਵੱਡਾ ਚਿਹਰਾ ਬਣ ਰਿਹਾ, ਕਦੇ ਰਾਜੇਵਾਲ ਨੂੰ ਲੱਗਦਾ ਮੈਂ ਆ, ਰਾਜੇਵਾਲ ਨੂੰ ਡਰ ਲੱਗਣ ਲੱਗ ਜਾਂਦਾ ਕਿ ਲੱਖਾ ਮੇਰੇ ਤੋਂ ਵੱਡਾ ਚਿਹਰਾ ਬਣ ਰਿਹਾ। ਮਤਲਬ ਇਹ ਚਿਹਰਿਆਂ ਦੀ ਲੜਾਈ ਨਹੀਂ ਆ, ਇਹ ਹਰ ਇੱਕ ਬੰਦੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹਨਾਂ ਚਿਹਰਿਆਂ ਤੋਂ ਵੱਡਾ ਉਹ ਸਾਰਾ ਇੱਕ ਨਾਬਰੀ ਦਾ ਇਤਿਹਾਸ ਆ ਜਿਸ ਅਵਚੇਤਨ 'ਚੋਂ ਤਾਕਤ ਲੈ ਕੇ ਨੌਜਵਾਨ ਇੱਥੇ ਲੜਨ ਲਈ ਤਿਆਰ ਹੋਇਆ। ਸੁਖਵਿੰਦਰ, ਲੱਖੇ ਤੇ ਦੀਪ ਦੀ ਗੱਲ ਕਰਦੇ ਹੋ, ਕੀ ਲੱਗਦਾ ਕਿ ਲੱਖੇ 'ਚ ਔਰ ਦੀਪ 'ਚ ਕਾਬਲੀਅਤ ਹੈ ਲੀਡਰਸ਼ਿਪ ਦੀ ਅਗਵਾਈ ਕਰਨ ਦੀ? ਕਾਬਲੀਅਤ ਤਾਂ ਬਿਲਕੁਲ ਹੈ। ਜੋ ਕਾਬਲੀਅਤ ਆ ਇਸੇ ਕਰਕੇ ਤਾਂ ਅੱਜ ਉਹ ਬਿਨਾਂ ਕਿਸੇ ਜਥੇਬੰਦਕ ਸਟਰਕਚਰ ਤੋਂ ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਉਹ ਇੱਕ ਚਿਹਰਾ ਬਣੇ ਆ ਸਾਰੇ ਸੰਘਰਸ਼ ਦਾ। ਪਰ ਮਸਲਾ ਜਿਹੜਾ ਆ ਉਹ ਇਹੀ ਆ ਕਿ ਹੁਣ ਕਾਬਲੀਅਤ ਕਦੋਂ ਤੈਅ ਹੁੰਦੀ ਆ? ਜੀ, ਕਾਬਲੀਅਤ ਤੈਅ ਹੁੰਦੀ ਆ ਇੱਕ ਸਮੇਂ ਤੋਂ ਬਾਅਦ ਜਦੋਂ ਤੁਸੀਂ ਇੱਕ ਸੰਘਰਸ਼ ਦਾ ਇੱਕ ਲੰਮਾ ਪੜਾਅ ਤੈਅ ਕਰ ਜਾਂਦੇ ਹੋ। ਤਾਂ ਹੁਣ ਤੱਕ ਇਹ ਜੇ ਲੱਖੇ ਤੇ ਦੀਪ ਦੀ ਗੱਲ ਕਰਨੀ ਹੋਵੇ ਤਾਂ ਇਹਨਾਂ ਦੋਵਾਂ ਨੇ ਜਿਵੇਂ ਜਿਹੜੇ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦਾ ਉਹ ਇੱਕ ਵੱਡਾ ਤਬਕਾ ਜਿਹੜਾ ਕਿ ਮਤਲਬ ਸਟੇਟ ਦਾ ਜਿਹੜਾ ਇਹ ਸਾਰਾ ਮਤਲਬ ਹੈਗਾ ਦਬਾਉਣ ਦਾ ਜਿਹੜਾ ਵਰਤਾਂਤ ਆ ਉਹਦੇ ਖਿਲਾਫ ਲੜਨਾ ਚਾਹੁੰਦਾ, ਉਹਨੂੰ ਇੱਕ ਤਰ੍ਹਾਂ ਨਾਲ ਰੀਪ੍ਰਜੈਂਟ ਕੀਤਾ ਇਹਨਾਂ ਨੇ। ਤਾਂ ਉਹਦੇ ਵਿੱਚ ਖੜੇ ਵੀ ਰਹੇ ਆ, ਭਾਵੇਂ ਉਹ ਲੱਖੇ ਦੀ ਗੱਲ ਆ ਭਾਵੇਂ ਦੀਪ ਦੀ ਗੱਲ ਆ। ਪਰ ਜਿਹੜੀ ਲੀਡਰਸ਼ਿਪ ਹੁੰਦੀ ਆ ਉਹ ਬੁਲਾਰੇ ਤੋਂ ਇੱਕ ਅਗਾਂਹ ਦੀ ਗੱਲ ਹੁੰਦੀ ਆ। ਤਾਂ ਉਹ ਹਜੇ ਲੀਡਰਸ਼ਿਪ ਵਾਲਾ ਟੈਸਟ ਇਹਨਾਂ ਦੋਵਾਂ ਦੇ ਉੱਤੇ ਹਜੇ ਬਾਕੀ ਆ, ਉਹ ਪੰਜਾਬ ਦੇ ਸਾਰੇ ਨੌਜਵਾਨਾਂ ਦੇ ਬਾਕੀ ਆ।
ਕਿਉਂਕਿ ਹਜੇ ਤੱਕ ਇਹ ਸਿਰਫ ਇੱਕ ਬੁਲਾਰੇ ਵਜੋਂ ਵਿਚਰ ਰਹੇ ਆ, ਜਿੱਥੇ ਇਹਨਾਂ ਨੇ ਇੱਕ ਬੁਲਾਰੇ ਵਜੋਂ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਆ, ਪਰ ਬੁਲਾਰੇ ਤੋਂ ਗਾਂਹ ਜਾ ਕੇ ਇੱਕ ਆਗੂ ਵਜੋਂ ਇੱਕ ਲੀਡਰ ਵਜੋਂ ਲੋਕਾਂ ਨੂੰ ਜਿੱਤ ਵੱਲ ਨੂੰ ਲੈ ਜਾਣਾ ਜੀ, ਉਹ ਹਜੇ ਟੈਸਟ ਇਹਨਾਂ ਦੋਵਾਂ ਦਾ ਬਾਕੀ ਆ। ਮੈਨੂੰ ਇਹ ਲੱਗਦਾ ਕਿ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਵੀ ਸੰਕਲਪ ਦਿੱਤਾ ਆ ਵੀ ਉਹਦੇ ਵਿੱਚ ਚਿਹਰਾ ਹਮੇਸ਼ਾ ਜ਼ਰੂਰੀ ਹੁੰਦਾ। ਚਿਹਰੇ ਦੀ ਇੱਕ ਆਪਣੀ ਵੈਲਿਊ ਹੁੰਦੀ ਆ, ਚਿਹਰੇ ਦੀ ਇੱਕ ਆਪਣੀ ਕਾਬਲੀਅਤ ਹੁੰਦੀ ਆ ਕਿਸੇ ਵੀ ਇੱਕ, ਜਦੋਂ ਅਸੀਂ ਇੱਕ ਇੰਡੀਵਿਜੂਅਲ ਪਰਸਨੈਲਿਟੀ ਦੀ ਗੱਲ ਕਰਦੇ ਹਾਂ ਜੀ, ਪਰ ਜਦੋਂ ਇਹੋ ਜਿਹੀਆਂ ਵੱਡੀਆਂ ਜੰਗਾਂ ਲੜੀਆਂ ਜਾਂਦੀਆਂ ਜਾਂ ਇਹੋ ਜਿਹੇ ਵੱਡੇ ਸੰਘਰਸ਼ ਲੜੇ ਜਾਂਦੇ ਆ, ਉਹਦੇ ਵਿੱਚ ਇੱਕ ਚਿਹਰੇ ਨਾਲੋਂ ਵੱਡਾ ਜਿਹੜਾ ਸਭ ਤੋਂ ਅਹਿਮ ਫੈਕਟਰ ਹੁੰਦਾ ਕਿ ਉਹ ਹੁੰਦਾ ਤੁਹਾਡਾ ਮਤਲਬ ਜਿਹੜਾ ਕਲੈਕਟਿਵ ਲੀਡਰਸ਼ਿਪ ਦਾ ਸਿਧਾਂਤ ਆ। ਕਲੈਕਟਿਵ ਲੀਡਰਸ਼ਿਪ ਦੇ ਸਿਧਾਂਤ ਦੇ ਵਿੱਚ ਤੁਸੀਂ ਦੇਖੋ ਵੀ ਮਤਲਬ ਇੱਕ ਇੰਡੀਵਿਜੂਅਲ ਜਿਹੜਾ ਬੰਦਾ ਉਹ ਇੱਕ ਆਰਗੇਨਾਈਜ਼ਡ ਤਾਕਤ ਨੂੰ ਨਹੀਂ ਹਰਾ ਸਕਦਾ। ਸਾਹਮਣੇ ਜਿਹੜੀ ਸਟੇਟ ਆ ਜਾਂ ਜਿਹੜੀ ਗਵਰਨਮੈਂਟ ਆ ਜਾਂ ਕੋਰਪੋਰੇਟ ਜਿਹੜੇ ਸਾਰੇ ਪਰਿਵਾਰ ਨੇ ਤੇ ਗਵਰਨਮੈਂਟ ਦਾ ਜਿਹੜਾ ਇੱਕ ਅਲਾਇੰਸ ਆ, ਮਤਲਬ ਉਹ ਇੰਨਾ ਜ਼ਿਆਦਾ ਆਰਗੇਨਾਈਜ਼ਡ ਆ, ਉਹਨੂੰ ਇਕੱਲਾ ਲੱਖਾ ਜਾਂ ਇਕੱਲਾ ਦੀਪ ਨਹੀਂ ਹਰਾ ਸਕਦੇ ਜੀ, ਤਾਂ ਨਾ ਉਹਨੂੰ ਇਕੱਲਾ ਅਗਰਾਹਾਂ ਹਰਾ ਸਕੇ। ਤਾਂ ਉਹ ਸਾਰੇ ਸਟਰਕਚਰ ਨੂੰ ਹਰਾਉਣ ਵਾਸਤੇ ਇੱਕ ਕਲੈਕਟਿਵ ਲੀਡਰਸ਼ਿਪ ਦੀ ਲੋੜ ਆ, ਇੱਕ ਆਰਗੇਨਾਈਜ਼ਡ ਸਟਰਕਚਰ ਦੀ ਲੋੜ ਆ। ਆਰਗੇਨਾਈਜ਼ਡ ਸਟਰਕਚਰ ਹੀ ਜਿਹੜਾ ਸਾਡਾ ਕੋਈ ਆਰਗੇਨਾਈਜ਼ਡ ਸਟਰਕਚਰ ਆ ਉਹੀ ਜਿਹੜਾ ਸਾਹਮਣੇ ਮੋਦੀ ਤੇ ਰਿਲਾਇੰਸ ਦਾ ਜਾਂ ਅਡਾਨੀ ਦਾ ਜਿਹੜਾ ਆਰਗੇਨਾਈਜ਼ਡ ਸਟਰਕਚਰ ਆ ਉਹਨੂੰ ਢਾਹ ਸਕਦਾ ਹੈ ਜੀ। ਤਾਂ ਉਹਦੇ ਵਾਸਤੇ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਪੁਰਾਣੇ ਆਰਗੇਨਾਈਜ਼ਡ ਸਟਰਕਚਰ ਆ ਉਹ ਸਾਰੇ ਡੀਫੰਕਟ ਹੋ ਚੁੱਕੇ ਆ, ਉਹ ਡਿਸਕ੍ਰੈਡਿਟ ਹੋ ਚੁੱਕੇ ਆ। ਜਿਹੜੇ ਮਾੜੇ ਮੋਟਿਆਂ ਤੋਂ ਆਸ ਲੋਕਾਂ ਨੂੰ ਬੱਝੀ ਸੀ ਉਹਨਾਂ ਨੇ ਵੀ ਜਿਹੜਾ ਆਪਣਾ ਸਾਰਾ ਰੋਲ ਆ ਕਿਸਾਨ ਸੰਘਰਸ਼ ਦੇ ਵਿੱਚ ਉਹਦੇ ਵਿੱਚ ਆਪਣੀ ਕ੍ਰੈਡੀਬਿਲਿਟੀ ਗਵਾਈ ਆ। ਤਾਂ ਹੁਣ ਨੌਜਵਾਨਾਂ ਦੇ ਸਿਰ 'ਤੇ ਹੀ ਪੰਜਾਬ ਦੀ ਅਗਲੀ ਬਾਜੀ ਆ। ਤਾਂ ਨੌਜਵਾਨਾਂ ਨੂੰ ਇਹ ਚਾਹੀਦਾ ਆ ਕਿ ਉਹ ਆਪਣੇ ਆਪ ਨੂੰ ਆਰਗੇਨਾਈਜ਼ਡ ਕਰਨ। ਠੀਕ ਆ ਅਸੀਂ ਫੇਸਬੁੱਕ 'ਤੇ ਲਿਖ ਦਿੰਦੇ ਹਾਂ ਜਾਂ ਅਸੀਂ ਆਪਣੇ ਜਜ਼ਬਾਤਾਂ ਨੂੰ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦੇ ਹਾਂ, ਪਰ ਉਹ ਤੋਂ ਹੁਣ ਅਗਾਂਹ ਤੁਰਨ ਦੀ ਲੋੜ ਆ। ਅਗਾਂਹ ਤੁਰ ਕੇ ਤੇ ਅਸੀਂ ਪਿੰਡੋਂ ਪਿੰਡ ਚੱਲੀਏ। ਆਪਣੇ ਜਿੱਥੇ ਵੀ ਮਤਲਬ ਕੋਈ ਵੀ ਨੌਜਵਾਨ ਭਾਵੇਂ ਆਪਣੇ ਆਲੇ ਦੁਆਲੇ ਦੇ ਵਿੱਚ ਇੱਕ ਦਿਨ 'ਚ ਆਰਗੇਨਾਈਜ਼ ਨਹੀਂ ਹੋਇਆ ਜਾਂਦਾ, ਇਹ ਇੱਕ ਸਮਾਂ ਲੱਗਣਾ ਆ। ਪਰ ਹਾਂ ਇਸ ਰਾਹ 'ਤੇ ਜਦੋਂ ਤੁਰਾਂਗੇ ਮਤਲਬ ਤੁਰਦਿਆਂ ਨੂੰ ਮੰਜ਼ਿਲਾਂ ਮਿਲਦੀਆਂ, ਅਤੇ ਜੇ ਤੁਰਾਂਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਪੂਰੀ ਆਸ ਆ ਕਿ ਪੰਜਾਬ ਦਾ ਨੌਜਵਾਨ ਫਿਰ ਆਪਣਾ ਜਿਹੜਾ ਸ਼ਾਨਾ ਮੱਤਾ ਇਤਿਹਾਸ ਆ ਉਹ ਆਉਂਦੇ ਸਮੇਂ 'ਚ ਜ਼ਰੂਰ ਦੁਹਰਾਉਣਗੇ। ਸੁਖਵਿੰਦਰ, ਲੀਡਰਸ਼ਿਪ ਵਾਸਤੇ ਜਿਹੜੀ ਸੁਚੱਜੀ ਐਜੂਕੇਸ਼ਨ ਹੈ ਬਹੁਤ ਮਹੱਤਵ ਰੱਖਦੀ ਹੈ, ਪਰ ਜੇ ਮੰਨਿਆ ਜਾਵੇ ਕਿ ਜਿਹੜਾ ਅਮੀਰ ਵਰਗ ਆ ਸਾਡਾ, ਜਿਹੜੇ ਐਜੂਕੇਸ਼ਨ ਦੇ ਵਿੱਚ ਐਕਸੈਸਫੁੱਲ ਸਟੂਡੈਂਟ ਨੇ ਉਹ ਲਗਾਤਾਰ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਜਾ ਰਹੇ ਆ, ਫਿਰ ਅਸੀਂ ਕਿਸ ਤਰ੍ਹਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਸੁਚੱਜੀ ਲੀਡਰਸ਼ਿਪ ਪੰਜਾਬ ਦੇ ਵਿੱਚ ਆ ਸਕਦੀ ਹੈ, ਔਰ ਇਸ ਨੂੰ ਜਥੇਬੰਦਕ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ, ਕਿਸ ਲਹਿਜੇ ਦੇ ਵਿੱਚ ਵਿਚਰਿਆ ਜਾ ਸਕਦਾ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਮਾਈਗ੍ਰੇਸ਼ਨ ਵਾਲਾ ਜਾਂ ਪੰਜਾਬ ਤੋਂ ਜਾਣ ਵਾਲਾ ਜਿਹੜਾ ਸਾਰਾ ਵਰਤਾਂਤ ਆ ਉਹਨੂੰ ਜਿਵੇਂ ਪੇਸ਼ ਕੀਤਾ ਜਾਂਦਾ ਦੁਨੀਆ 'ਚ ਜੀ ਜਾਂ ਪੰਜਾਬ 'ਚ ਪੇਸ਼ ਕੀਤਾ ਗਿਆ ਉਹ ਬਿਲਕੁਲ ਗਲਤ ਆ। ਕਿਉਂਕਿ ਮਾਈਗ੍ਰੇਸ਼ਨ ਇੱਕ ਸੁਸਾਇਟੀ ਦਾ ਹਿੱਸਾ, ਇਹ ਕੋਈ ਨਵੀਂ ਮਤਲਬ ਚੀਜ਼ ਨਹੀਂ ਵਾਪਰ ਰਹੀ, ਇਹ ਤਾਂ ਮੁੱਢ ਕਦੀਮੋਂ ਹੀ ਮਾਈਗ੍ਰੇਸ਼ਨ ਹੁੰਦੀ ਆਈ ਆ। ਅਤੇ ਸਾਡੀ ਜਿਹੜੀ ਜੇ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਸਿੱਖਾਂ ਦੀ ਗੱਲ ਕਰਾਂ ਕਿਉਂਕਿ ਸਿੱਖ ਵੱਡੀ ਗਿਣਤੀ 'ਚ ਮਾਈਗ੍ਰੇਟ ਕਰ ਰਿਹਾ, ਤਾਂ ਉਹਦੇ ਵਿੱਚ ਜਿਹੜੀ ਇਹ ਧਾਰਨਾ ਸਿਰਜੀ ਗਈ ਸੀ ਕਿ ਜੀ ਪੰਜਾਬ ਦੇ ਵਿੱਚੋਂ ਤਾਂ ਜੀ ਨੌਜਵਾਨ ਦੇਖੋ ਉਹਨਾਂ ਦਾ ਕੋਈ ਮੋਹ ਨਹੀਂ ਰਿਹਾ ਪੰਜਾਬ ਨਾਲ, ਇਸ ਕਰਕੇ ਮਾਈਗ੍ਰੇਟ ਕਰ ਰਹੇ, ਤਾਂ ਉਹਨੂੰ ਇਸ ਸੰਘਰਸ਼ ਨੇ ਤੋੜਿਆ। ਬਹੁਤ ਵੱਡੀ ਸਪੋਰਟ ਇਸ ਸੰਘਰਸ਼ ਨੂੰ ਉਹ ਪੰਜਾਬ ਤੋਂ ਬਾਹਰ ਗਏ ਨੌਜਵਾਨਾਂ ਤੋਂ ਮਿਲੀ ਆ, ਚਾਹੇ ਉਹ ਆਰਥਿਕ ਪੱਖੋਂ ਹੋਵੇ, ਚਾਹੇ ਉਹ ਇੱਥੇ ਆਏ ਨੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ, ਜਾਂ ਫਿਰ ਆਪਾਂ ਕਹੀਏ ਉਹਨਾਂ ਨੇ ਆਪਣੇ ਪਿੰਡਾਂ 'ਚੋਂ ਬੰਦਿਆਂ ਨੂੰ ਵੀ ਭੇਜਿਆ, ਆਪਣੇ ਪਰਿਵਾਰਾਂ ਨੂੰ ਭੇਜਿਆ ਵੀ ਤੁਸੀਂ ਜਾਓ, ਹੈ ਨਾ। ਵੀ ਇਹ ਗੱਲ ਨੇ ਤਾਂ ਉਸ ਗੱਲ ਨੂੰ ਤੋੜ ਕੇ ਰੱਖਤਾ ਕਿ ਜੀ ਉਹਨਾਂ ਦਾ ਮੋਹ ਭੰਗ ਹੋ ਗਿਆ। ਮੋਹ ਨਹੀਂ ਭੰਗ ਹੋਇਆ। ਹੁਣ ਉਹਦੇ ਵਿੱਚ ਫਿਰ ਇਹ ਇੱਕ ਜਿਹੜਾ ਵਰਤਾਰਾ ਆ ਮਾਈਗ੍ਰੇਸ਼ਨ ਦਾ, ਵੀ ਉਹਨੂੰ ਸਮਝਣਾ ਬੜਾ ਜ਼ਰੂਰੀ ਆ ਕਿ ਉਹ ਕਦੇ ਇਹ ਨਹੀਂ ਹੁੰਦਾ ਕਿ ਲੋਕ ਆਪਣੀ ਮਤਲਬ ਸਿਰਫ ਆਪਾਂ ਇਹ ਗੱਲ ਕਹਿ ਦਈਏ ਕਿ ਜੀ ਮਜਬੂਰੀ, ਬਸ ਮਜਬੂਰੀ ਦੇ ਨਾਲ ਠੀਕ ਆ, ਮਤਲਬ ਇੱਕ ਇੱਛਾ ਵੀ ਆ ਕਿ ਇੱਥੋਂ ਦਾ ਸਿਸਟਮ ਨਹੀਂ ਸਹੀ, ਇੱਥੋਂ ਦਾ ਪੋਲੀਟੀਕਲ ਸਟਰਕਚਰ ਨਹੀਂ ਸਹੀ, ਕੋਈ ਆਸ ਨਹੀਂ ਦਿਖਦੀ ਆ, ਅਗਲਿਆਂ ਨੂੰ ਲੱਗਦਾ ਵੀ ਯਾਰ ਇੱਥੇ ਪੰਜਾਬ ਦੇ ਵਿੱਚ ਤਾਂ ਮਤਲਬ ਜਿਹੜੀ ਵੇਜ ਰੇਟ ਆ ਉਹੀ ਇੰਨਾ ਨਹੀਂ ਕਿ ਜੇ ਮੈਂ ਗੱਲ ਕਰਾਂ ਜਿਵੇਂ ਇੱਕ ਵੱਡੀ ਧਾਰਨਾ ਇਹ ਕਹੀ ਜਾਂਦੀ ਆ ਕਿ ਪੰਜਾਬ ਦੇ ਵਿੱਚ ਨੌਜਵਾਨ ਕੰਮ ਨਹੀਂ ਕਰਨਾ ਚਾਹੁੰਦੇ, ਪੰਜਾਬ ਦੇ ਨੌਜਵਾਨ ਤਾਂ ਵਿਹਲੜ ਹੋ ਗਏ ਆ, ਪਰ ਉਹੀ ਸਾਡਾ ਨੌਜਵਾਨ 12ਵੀਂ ਕਰਕੇ ਅਤੇ ਇੱਥੋਂ ਜਦੋਂ ਕੈਨੇਡਾ ਜਾਂਦਾ ਅਤੇ ਉਹ ਉੱਥੇ 18 ਘੰਟੇ ਸ਼ਿਫਟਾਂ ਲਾਉਂਦਾ, ਜਿਹਨੂੰ ਤੁਸੀਂ ਵਿਹਲੜ ਕਹਿੰਦੇ ਹੋ।
ਵੀ 18 ਘੰਟੇ ਇੱਥੇ ਇੰਡੀਆ ਦਾ ਹੋਰ ਕੋਈ ਵੀ ਬੰਦਾ ਕੰਮ ਨਹੀਂ ਹੁੰਦਾ ਕਰਦਾ ਹੋਣਾ, ਤਾਂ ਉਹ ਉੱਥੇ ਜਾ ਕੇ ਕਿਉਂ ਸ਼ਿਫਟਾਂ ਲਾਉਂਦਾ? ਕਿਉਂਕਿ ਇੱਥੇ ਜੇ ਤੁਸੀਂ ਉਹਨੂੰ ਕੰਮ ਦਿੰਦੇ ਹੋ, ਉਹ 10,000 ਰੁਪਇਆ ਤਾਂ ਕੋਲੇਜ ਪੜ੍ਹਦੇ ਟਾਈਮ ਜਾਂ ਸਕੂਲ ਪੜ੍ਹਦੇ ਟਾਈਮ ਉਹ ਮਹੀਨੇ ਦਾ ਘਰੋਂ ਲੈ ਕੇ ਖਰਚਦਾ, ਜੀ। ਤੇ ਤੁਸੀਂ ਉਹਨੂੰ 8,000 ਰੁਪਏ ਦੀ ਇੱਥੇ ਨੌਕਰੀ ਦਿੰਦੇ ਹੋ, ਤੇ ਉਹ ਕਿੱਥੇ ਮਤਲਬ ਵੇਜ ਰੇਟ ਆ ਜਿਹੜਾ, ਤੁਸੀਂ ਜੇ ਪੰਜਾਬ ਦਾ ਵੇਜ ਰੇਟ ਤੁਸੀਂ ਬਿਹਾਰ ਦੇ ਮੁਕਾਬਲੇ ਦਾ ਰੱਖੋਗੇ ਤਾਂ ਬੰਦੇ ਕਿਵੇਂ ਇੱਥੇ ਮਤਲਬ ਸਰਵਾਈਵ ਕਰਨਗੇ ਪੰਜਾਬ ਦੇ ਲੋਕ? ਕਿਉਂਕਿ ਸਾਡਾ ਤਾਂ 1,000 ਰੁਪਇਆ ਤਾਂ ਇੱਕ ਵਿਆਹ ਦਾ ਸ਼ਗਨ ਜਾਂਦਾ ਹੈ। ਮਤਲਬ ਇਹ ਜਿਹੜੇ ਸਾਡਾ ਸਮਾਜ ਆ, ਸਾਡਾ ਵੇਜ ਰੇਟ ਸਾਡੇ ਸਮਾਜ ਦੇ ਹਿਸਾਬ ਨਾਲ ਤੈਅ ਹੋਣਾ ਚਾਹੀਦਾ। ਤੁਸੀਂ ਅੱਜ ਪੰਜਾਬ ਨੂੰ ਲਿਆ ਕੇ ਤੇ ਤੁਸੀਂ ਮਤਲਬ ਉਹਨਾਂ ਸਟੇਟਸ ਦੇ ਬਰਾਬਰ ਖੜਾ ਕਰ ਰਹੇ ਹੋ, ਤੇ ਉਹਨਾਂ ਦੀ ਮਾਈਗ੍ਰੇਸ਼ਨ ਇੱਥੇ ਇੰਨੀ ਆ ਕਿ ਸਾਡੀ ਲੇਬਰ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ, ਸਾਡੀ ਵਰਕ ਲੇਬਰ ਦੀ, ਵਰਕ ਫੋਰਸ ਦੀ। ਅਗਲੇ ਕਹਿੰਦੇ ਤੁਸੀਂ ਨਹੀਂ 8 ਤੇ ਕੰਮ ਕਰਨਾ, ਸਾਡੇ ਕੋਲ ਉਹ ਹੈਗੇ ਆ ਬੰਦੇ। ਮਤਲਬ ਜਿਹੜਾ ਮਤਲਬ ਹੁਣ ਇਹ ਆ ਕਿ ਜਦੋਂ ਉਹ ਕੈਨੇਡਾ ਜਾ ਕੇ 8 ਘੰਟੇ ਮਤਲਬ 18 ਘੰਟੇ ਇਸ ਲਈ ਕੰਮ ਕਰਦਾ, ਉਹਨੂੰ ਪਤਾ ਵੀ ਉਹਨੂੰ ਆਪਣੇ ਕੰਮ ਦਾ ਉੱਥੇ ਇੱਕ ਸਹੀ ਮੁੱਲ ਮਿਲਦਾ ਆ। ਹੁਣ ਮਤਲਬ ਇਹ ਗੱਲ ਜਿਹੜੀ ਮਾਈਗ੍ਰੇਸ਼ਨ ਦੀ ਆ ਵੀ ਪੰਜਾਬ ਦੇ ਵਿੱਚ ਨੌਜਵਾਨੀ ਉਹਦਾ ਮੋਹ ਵੀ ਆ ਪੰਜਾਬ ਨਾਲੋਂ, ਮਿਹਨਤੀ ਵੀ ਆ, ਸਾਰਾ ਕੁਛ ਆ। ਅਤੇ ਜਿਹੜਾ ਖਤਰਾ ਲੱਗਦਾ ਕਿ ਜੇ ਸਾਰੇ ਬਾਹਰ ਚਲੇ ਜਾਣਗੇ ਤਾਂ ਇੱਥੇ ਮਤਲਬ ਕੌਣ ਨੌਜਵਾਨ ਕੌਣ ਅਗਵਾਈ ਕਰੂੰਗਾ? ਦੇਖੋ ਸਾਰੇ ਕਦੇ ਨਹੀਂ ਬਾਹਰ ਜਾਂਦੇ ਹੁੰਦੇ, ਮਾਈਗ੍ਰੇਸ਼ਨ ਦੇ ਨਾਲ ਅੱਜ ਵੀ ਪੰਜਾਬ ਸਾਰਾ ਨਹੀਂ ਬਾਹਰ ਚਲੇ ਗਿਆ, ਇੱਕ ਹਿੱਸਾ ਜਾ ਰਿਹਾ। ਪਰ ਸਾਡੇ ਲਈ ਚਿੰਤਾ ਦੀ ਗੱਲ ਤਾਂ ਹੋਣੀ ਚਾਹੀਦੀ ਆ ਜੇ ਉਹ ਸਾਡੀ ਤਾਕਤ ਨਾ ਬਣ ਰਿਹਾ ਹੋਵੇ। ਪਰ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਇੱਥੋਂ ਮਾਈਗ੍ਰੇਸ਼ਨ ਹੋਈ ਆ, ਮੈਨੂੰ ਇਹ ਲੱਗਦਾ, ਕੋਈ ਮੇਰੇ ਨਾਲ ਸਹਿਮਤ ਨਹੀਂ ਵੀ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਮਾਈਗ੍ਰੇਟ ਹੋ ਕੇ ਇੱਥੋਂ ਨੌਜਵਾਨ ਗਿਆ ਉਹ ਸਾਡੀ ਤਾਕਤ ਬਣ ਰਿਹਾ। ਕਿਉਂਕਿ ਅੱਜ ਗਲੋਬਲ ਵਰਲਡ ਦੇ ਵਿੱਚ ਤੁਹਾਡੀ ਜਿਹੜੀ ਪੋਲੀਟਿਕਸ ਆ ਉਹ ਵੀ ਹੁਣ ਕਿਸੇ ਇੱਕ ਖਿੱਤੇ 'ਚ ਸੀਮਿਤ ਹੋ ਕੇ ਨਹੀਂ ਰਹਿ ਗਈ ਆ। ਮਤਲਬ ਇੱਥੇ ਜੋ ਕੁਛ ਵੀ ਵਾਪਰਦਾ ਜਾਂ ਜੋ USA 'ਚ ਵਾਪਰਦਾ ਆਪਸ 'ਚ ਇੰਟਰਲਿੰਕਡ ਆ, ਜਾਂ ਜੋ ਕੈਨੇਡਾ 'ਚ ਵਾਪਰਦਾ, ਤਾਂ ਉਹ ਜਿਹੜਾ ਨੌਜਵਾਨ ਆ ਜੇ ਉਹਦਾ ਪੰਜਾਬ ਨਾਲ ਮੋਹ ਆ, ਜੇ ਉਹਦੇ ਦਿਲ ਦੀ ਇਹ ਤਾਂਘ ਹੈਗੀ ਆ ਕਿ ਮੈਂ ਪੰਜਾਬ ਨੂੰ ਫਿਰ ਉਸੇ ਜਿਹੜਾ ਪੰਜਾਬ ਦਾ ਉਹ ਰੋਸ਼ਨ ਸਮਾਂ ਆ ਵੀ ਜਦੋਂ ਜਿਹਦੇ 'ਤੇ ਅਸੀਂ ਮਾਣ ਕਰਦੇ ਹਾਂ, ਉਹੋ ਜਿਹਾ ਫਿਰ ਸਮਾਂ ਪੰਜਾਬ ਦਾ ਲੈ ਕੇ ਆਉਣਾ ਜੇ ਇੱਛਾ ਹੈਗੀ ਆ, ਤਾਂ ਉਹ ਸਾਡਾ ਇੱਕ ਐਸੈਟ ਆ। ਜਿਹੜਾ ਭਾਵੇਂ ਉਹ ਆਸਟ੍ਰੇਲੀਆ ਜਾ ਰਿਹਾ, ਭਾਵੇਂ ਉਹ ਕੈਨੇਡਾ ਜਾ ਰਿਹਾ, ਕਿਤੇ ਵੀ ਜਾ ਰਿਹਾ, ਤਾਂ ਉਹਨਾਂ ਨੂੰ ਭੰਡਣ ਦੀ ਬਜਾਏ ਉਹਨਾਂ ਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ, ਕਿਵੇਂ ਵਰਤਿਆ ਜਾ ਸਕਦਾ ਪੰਜਾਬ ਦੀ ਚੜ੍ਹਦੀ ਕਲਾ ਲਈ, ਸਾਨੂੰ ਇਹਦੇ 'ਤੇ ਵਿਚਾਰ ਕਰਨਾ ਚਾਹੀਦਾ। ਅਤੇ ਜਿਹੜੀ ਜੇ ਗਲੋਬਲ ਪੋਲੀਟਿਕਸ ਆ ਜੇ ਦੁਨੀਆ ਦੀ, ਤਾਂ ਉਹਦੇ ਵਿੱਚ ਲੀਡਰਸ਼ਿਪ ਵੀ ਸਾਡੀ ਗਲੋਬਲ ਹੋਣੀ ਆ ਜੀ। ਲੀਡਰਸ਼ਿਪ ਵੀ ਸਾਡੀ ਇਕੱਲੀ ਪੰਜਾਬ 'ਚ ਨਹੀਂ ਹੋਣੀ ਆ। ਪੰਜਾਬ ਠੀਕ ਆ, ਸਾਡਾ ਗਰਾਊਂਡ ਆ ਜਿੱਥੇ ਮਤਲਬ ਇਹਦੀ ਵੱਧ ਅਹਿਮੀਅਤ ਆ, ਪਰ ਇਹ ਨਹੀਂ ਕਿ ਉਹਨਾਂ ਦੀ ਫਿਰ ਕੋਈ ਅਹਿਮੀਅਤ ਨਹੀਂ ਆ, ਉਹਨਾਂ ਦੀ ਵੀ ਆਪਣੀ ਬਹੁਤ ਵੱਡੀ ਅਹਿਮੀਅਤ ਆ। ਮਤਲਬ ਉਹ ਨੌਜਵਾਨ ਜਿਹੜੇ ਆ, ਮਤਲਬ ਇਹ ਜਦੋਂ ਸਮਾਂ ਬਣਦਾ ਤਾਂ ਇੱਕ ਸਮਾਂ ਜਿਵੇਂ ਚੱਲਦਾ ਤਾਂ ਉਹਦੇ ਵਿੱਚ ਕੋਆਰਡੀਨੇਸ਼ਨਸ ਬਣਦੇ ਆ, ਅਤੇ ਮੈਨੂੰ ਲੱਗਦਾ ਵੀ ਖੇਡ ਜਿਹੜੀ ਆ ਮੈਦਾਨ ਦੇ ਵਿੱਚ ਜਾ ਕੇ ਖੇਡੀ ਜਾਂਦੀ ਹੈ। ਜਦੋਂ ਨੌਜਵਾਨ ਇਸ ਗੱਲ ਨੂੰ ਮੰਨ ਲੈਣਗੇ ਕਿ ਉਹਨਾਂ ਨੂੰ ਆਪਣੀ ਸਿਆਸਤ ਖੁਦ ਖੜੀ ਕਰਨੀ ਪੈਣੀ ਆ, ਹੁਣ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣੀ ਪੈਣੀ ਆ, ਅਤੇ ਜਦੋਂ ਇਹ ਗੱਲ ਨੂੰ ਮਤਲਬ ਧਾਰ ਕੇ ਅਤੇ ਮੈਦਾਨ 'ਚ ਆ ਗਏ ਤਾਂ ਫਿਰ ਖੇਡਣਾ ਤਾਂ ਫਿਰ ਮਤਲਬ ਜਿਹੜੇ ਪੈਂਤੜੇ ਚੱਲਣੇ ਆ, ਜਿਹੜੇ ਰਾਹ ਬਣਾਉਣੇ ਆ, ਉਹ ਨੌਜਵਾਨ ਆਪਣੇ ਆਪ ਬਣਾ ਲੈਣਗੇ। ਬਿਲਕੁਲ। ਇਹ ਸਨ ਸੁਖਵਿੰਦਰ ਸਿੰਘ, ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਬੜੀ ਸੁਚੱਜੀ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਸੁਝਾਅ ਵੀ ਭੇਜੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਸਨਮੁਖ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।